सतगुर की जिसनू मत आवे, सो सतगुर माही समाना। एह बाणी जो जियों जाने, तिस अंतर रवे हर नामा। बाणी गुरु गुरु है बाणी, विच बाणी अमृत सारे। गुर बाणी कहे सेवक जन माने, परतख गुरु निस्तारे। बाणी बिरलो विचारसी, जे को गुरमुख होए। एह बाणी महापुरख की, निज कर वासा होए। श्री राग के शांत, महला पंजवा। एक ओंकार, सतगुर प्रसाद। दखना तूड़ी मज्जन साधखे, साईं थिए कृपाल। लदे हबे थोकड़े, नानक हर धन माल। संत सुंदर स्वामी धाम, भगत विश्राम। आसा लग जीवत जियो, मन तने गलतान। सिमरत प्रभ नाम, हर अमृत पीवते जियो। अमृत हर पीवते, सदा थिर थीवते। बिखै बन फीका जानिया, पै कृपाल गोपाल प्रभ मेरे। साध संगत निध मानिया, सरब सो सुख आनंद कण प्यारे। हर रतन मन अंतर सीमते, एक तिल नहीं विसरै प्राण आधारा।
ਜਪ ਜਪ ਨਾਨਕ ਜੀਵਤੇ ਡਖਣਾ ਜੋ ਤੋ ਕੀਨੇ ਆਪਣੇ ਤਿਨਾ ਕੋ ਮਿਲਿਓ ਹੈ ਆਪੇ ਹੀ ਆਪ ਮੋਹਿ ਹੋ ਜਸ ਨਾਨਕ ਆਪ ਸੁਣਿਓ ਹੈ ਸ਼ੰਤ ਪ੍ਰੇਮ ਠਗਾਰੀ ਪਾਏ ਰਿਜਾਏ ਗੋਬਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੁਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਬੁੱਠੇ ਗੋਵਿੰਦ ਤੁਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨ ਮਾਇਆ ਹੋਇਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡਖਣਾ ਸਾਈ ਨਾਮ ਅਮੋਲ ਕੀਮ ਨ ਕੋਈ ਜਾਣ ਦੋ ਜਿਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣਦੋ ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰੇ ਅਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋਨ ਨ ਧਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟਤ ਹਰਿ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸਤਿਗੁਰ ਦਿਆਲ ਕਿਰਪਾਲ ਭੇਟਤ ਹਰਿ ਕਾਮ ਕ੍ਰੋਧ ਲੋਭ ਮਾਰਿਆ ਕਥਨ ਨ ਜਾਏ ਅਕਥ ਸੁਆਮੀ ਸਦਕੈ ਜਾਏ
ਨਾਨਕ ਵਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ, ਜੋ ਪਹਿਲਾ ਰਾਗ ਹੈ, ਇਸ ਰਾਗ ਦੇ ਅੰਦਰ ਸ਼ੰਤ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 81 ਅੰਗ ਤੇ ਦਰਜ ਹੈ। ਇਸ ਬਾਣੀ ਦੇ ਵਿੱਚ ਸ਼ੰਤ ਤੋਂ ਪਹਿਲਾਂ ਜਿਵੇਂ ਦੋਹਰੇ ਸ਼ਲੋਕ ਲਿਖੇ ਜਾਂਦੇ ਸਨ, ਇੱਥੇ ਸ਼ਬਦ ਆਇਆ ਹੈ ਦੱਖਣਾ। ਹੈ ਦੱਖਣੇ ਤੋਂ ਹੈ, ਪਰ ਮੁਲਤਾਨੀ ਬੋਲੀ ਵਿੱਚ ਦੱਦਾ ਨਹੀਂ ਬੋਲਦੇ, ਡੱਡਾ ਬੋਲਦੇ ਨੇ। ਸੋ 3 ਦੱਖਣੇ 3 ਸ਼ੰਤ ਅੱਜ ਆਪ ਜੀ ਨੇ ਸਰਵਣ ਕੀਤੇ ਹਨ। ਇਸ ਬਾਣੀ ਦੀ ਵਿਚਾਰ ਭਾਈ ਸੁਖਵਿੰਦਰ ਸਿੰਘ ਜੀ ਹੱਡ ਗ੍ਰੰਥੀ ਗੁਰਦੁਆਰਾ ਬਾਲਾ ਸਾਹਿਬ ਆਪ ਜੀ ਨੂੰ ਸਰਵਣ ਕਰਵਾਉਣਗੇ। ਮੈਂ ਬਿਨੇ ਕਰਾਂਗਾ ਭਾਈ ਸਾਹਿਬ ਜੀ ਨੂੰ ਕਿ ਇਹਦਾ ਬੜਾ ਵਧੀਆ ਢੰਗ ਹੈ ਕਿ ਆਪਾਂ ਟਾਈਮ ਵੰਡ ਕਰ ਲਈਏ ਕਿ 15 ਮਿੰਟ ਅਸੀਂ ਪਹਿਲੇ ਦੱਖਣੇ ਸ਼ੰਤ ਤੇ ਲਾਉਣੇ ਨੇ, ਦੂਜੇ 15 ਮਿੰਟ ਦੂਜੇ ਤੇ ਲਾਉਣੇ ਨੇ, ਤੀਜੇ 15 ਮਿੰਟ ਤੀਜੇ ਤੇ ਲਾਉਣੇ ਨੇ, 5-7 ਮਿੰਟ ਕਿ ਹੋਰ ਖੁੱਲੀ ਵਿਚਾਰ ਹੈ ਤੇ ਆਪਾਂ ਉਹ ਕਰਨੀ ਹੈ। ਕਿਉਂਕਿ ਜੋ ਕੁਝ ਹੋ ਰਿਹਾ ਹੈ ਉਹ ਹੈ ਕਿ ਸਮਾਂ ਹੈ ਗੁਰਬਾਣੀ ਦੀ ਕਥਾ ਦਾ, ਪਰ ਉਹ ਅੱਜ ਟ੍ਰੈਂਡ ਇੱਦਾਂ ਦਾ ਬਣ ਗਿਆ ਹੈ ਜਿਵੇਂ ਕਿ ਥੋੜ੍ਹਾ ਜਿਹਾ ਟੁੱਟੀਆਂ ਸੜਕਾਂ ਤੇ ਬੋਲਿਆ ਜਾਏ, ਥੋੜ੍ਹਾ ਜਿਹਾ ਰਿਸ਼ਵਤਖੋਰੀ ਤੇ ਬੋਲਿਆ ਜਾਏ, ਥੋੜ੍ਹਾ ਜਿਹਾ ਬੇਰੁਜ਼ਗਾਰੀ ਤੇ ਬੋਲਿਆ ਜਾਏ। ਉਹ ਲੋਕ ਕੈਸਟ ਇੱਦਾਂ ਬਣਾਉਂਦੇ ਹੁੰਦੇ ਸੀ ਵੀ 5-7 ਇਸ਼ੂ ਜਿਹੜੇ ਨੇ ਉਹਨਾਂ 'ਤੇ ਗੱਲ ਕਰਨੀ ਹੈ, ਅਤੇ ਉਹਦੇ ਨਾਲ ਜਿਹੜੀ ਵਕਤ ਹੈ, ਜਿਵੇਂ ਸਵੇਰੇ ਵਕਤ ਆਸਾ ਕੀ ਵਾਰ ਦਾ ਹੈ, ਉਹਦੇ ਵਿੱਚ ਆਸਾ ਕੀ ਵਾਰ ਦਾ ਹੀ ਗਾਇਨ ਹੋਣਾ ਚਾਹੀਦਾ ਹੈ। ਸ਼ਬਦ ਦੇ ਅਰਥ ਔਰ ਸ਼ਬਦ ਦੇ ਅਰਥ ਦੇ ਅੱਗੋਂ ਜਿਹੜੇ ਭਾਵ ਅਰਥ ਨੇ, ਜਿਸ ਦਿਨ ਇਸ ਤਰੀਕੇ ਨਾਲ ਕਥਾ ਸਵੇਰ ਦੇ ਸਮੇਂ ਵਿੱਚ ਹੋਏਗੀ, ਕੋਈ ਦੁਨੀਆ ਦਾ ਮਨੁੱਖ ਨਹੀਂ ਹੈ ਜਿਹੜਾ ਇਸ ਕਥਾ ਨੂੰ ਸਰਵਣ ਨਹੀਂ ਕਰੇਗਾ। ਕਿਉਂਕਿ ਬਾਕੀ ਜਿੰਨੀਆਂ ਵੀ ਅਸੀਂ ਗੱਲਾਂ ਕਰਾਂਗੇ, ਜਾਂ ਕਿਸੇ ਦੀ ਨੁਕਤਾਚੀਨੀ ਕਰਾਂਗੇ, ਜਾਂ ਅਸੀਂ ਕਿਸੇ ਦੀ ਕੁਸ਼ਾਮਦ ਕਰਾਂਗੇ, ਜਾਂ ਗੱਲ ਵਧਾ ਕੇ ਕਵਾਂਗੇ ਜਾਂ ਘਟਾ ਕੇ ਕਵਾਂਗੇ, ਇੱਕ ਗੁਰਬਾਣੀ ਹੈ ਜਿਹੜੀ ਸੱਚ ਸੁਣਾਈ ਸੀ, ਸੱਚ ਕੀ ਬੇਲਾ। ਸੋ ਯਤਨ ਹੈ, ਮੈਂ ਪ੍ਰਬੰਧਕ ਸੇਵਾਦਾਰਾਂ ਨੂੰ ਵੀ ਬਿਨੇ ਕੀਤੀ ਹੈ ਕਿ ਅਸੀਂ ਇਸ ਤਰੀਕੇ ਨਾਲ ਇਸ ਸਮੇਂ ਨੂੰ ਅਸੀਂ ਬੰਨੀਏ ਕਿ ਦੁਨੀਆ ਵਿੱਚ ਕਿਤੇ ਵੀ ਕੋਈ ਬੈਠਾ ਮਨੁੱਖ ਹੋਵੇ ਤਾਂ ਕਵੇ ਕਿ ਨਹੀਂ, ਇਸ ਵੇਲੇ ਮੈਂ ਗੁਰਬਾਣੀ ਦੀ ਕਥਾ ਸੁਣਨੀ ਹੈ। ਨਹੀਂ ਤਾਂ ਅਮੂਮਨ ਹੁੰਦਾ ਇਹ ਹੀ ਹੈ, ਪਿਛਲੇ ਦਿਨੀ ਵੀ ਇਹੀ ਕੁਛ ਹੋਇਆ ਕਿ ਜਦੋਂ 5 ਮਿੰਟ ਰਹਿ ਗਏ, ਆਓ ਸਾਧ ਸੰਗਤ ਜੀ ਅੱਖਰੀ ਅਰਥ ਕਰੀਏ। ਅੱਖਰੀ ਅਰਥ ਤਾਂ ਤਾਬਿਆਂ ਤੋਂ ਵੀ ਹੋ ਜਾਣਗੇ, ਫਿਰ 1 ਘੰਟਾ ਸਮਾਂ ਰੱਖਣ ਦੀ ਲੋੜ ਨਹੀਂ ਹੈ। ਸੋ ਖੁੱਲ੍ਹੀਆਂ ਵਿਚਾਰਾਂ ਵਾਸਤੇ 1:45 ਵਜੇ ਤੋਂ ਲੈ ਕੇ 2:30 ਵਜੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਕੋਈ ਵੀ ਸੱਜਣ ਆ ਕੇ ਉੱਥੇ ਕਿਸੇ ਇੱਕ ਪ੍ਰਕਰਨ 'ਤੇ ਆ ਕੇ ਬੋਲ ਸਕਦਾ ਹੈ। ਸੋ ਮੇਰੀ ਸਾਰਿਆਂ ਨੂੰ, ਜਿੰਨੇ ਵੀ ਵਿਦਵਾਨ ਸੱਜਣ ਇੱਥੇ ਆਉਂਦੇ ਨੇ, ਉਹਨਾਂ ਨੂੰ ਬਿਨੇ ਹੈ ਕਿ ਆਪ ਜੀ ਇਸ ਸਮੇਂ ਨੂੰ ਆਪਾਂ ਸਾਰੇ ਰਲ ਮਿਲ ਕੇ ਸੁਨਿਸ਼ਚਿਤ ਕਰੀਏ ਕਿ ਇਹ ਸਮਾਂ ਗੁਰਬਾਣੀ ਦੀ ਵਿਚਾਰ ਦਾ ਸਮਾਂ ਹੈ। ਅੰਮ੍ਰਿਤ ਸੰਚਾਰ ਹਰ ਐਤਵਾਰ 11 ਵਜੇ ਹੁੰਦਾ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹੌਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ, ਇਹ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹੋਂ ਵਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹੋਂ ਬਾਰੇ। ਬਲਿਹਾਰੀ ਗੁਰ ਆਪਣੇ, ਦੇਵਹਾੜੀ ਸੰਦਵਾਰ। ਜਿਨ ਮਾਨਸ ਤੇ ਦੇਵ ਤੇ ਕੀਏ, ਕਰਤ ਨ ਲਾਗੀ ਵਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ, ਸਰਬ ਕਲਾਮ ਭਰਪੂਰ। ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਨ, ਲੋਕ ਪਰਲੋਕ ਹਲਤ ਪਲਤ ਦੇ ਸਹਾਏ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਕੇ ਮਹਾਨ ਸਤ ਸੰਗੀ ਜਨੋ, ਆਪ ਜੀ ਦੇ ਬਹੁਤ ਵੱਡੇ ਭਾਗ ਹਨ ਜੋ ਕਿ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪ ਜੀ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਇਸ ਸਥਾਨ ਦੀ ਮਰਿਆਦਾ ਦੇ ਮੁਤਾਬਕ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸ਼ਬਦਾਂ ਦੀ ਵਿਚਾਰ ਇਸ ਸਥਾਨ ਉੱਤੇ ਚੱਲ ਰਹੀ ਹੈ, ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਵਿਚਾਰ ਅਧੀਨ ਹੈ, ਉਸ ਦਾ ਪਾਠ ਅਤਿ ਸਤਿਕਾਰਯੋਗ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨੇ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਅੱਜ ਦੇ ਵਿਚਾਰ ਅਧੀਨ ਜੋ 3 ਬੰਦ ਹਨ ਉਹਨਾਂ ਦਾ ਪਾਠ ਸਰਵਣ ਕਰਾਇਆ ਹੈ। ਆਓ ਮਾਲਕ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਰੇ ਹੀ ਮਨ ਵਰਤੀਆਂ ਨੂੰ ਇਕਾਗਰ ਕਰਕੇ ਅੱਜ ਦੇ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਦੇ ਵਿੱਚ ਆਪਣੇ ਧਿਆਨ ਨੂੰ ਕੇਂਦਰਿਤ ਕਰੀਏ ਜੀ। ਆਪ ਸਾਰੇ ਹੀ ਜੋ ਵੀ ਪਾਵਨ ਪਵਿੱਤਰ ਦਰਬਾਰ ਵਿੱਚ ਬਿਰਾਜਮਾਨ ਹਨ, ਸਤ ਸੰਗਤ ਦੇ ਰੂਪ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਟਾਈਮ ਟੀਵੀ ਚੈਨਲ ਦੇ ਮਾਧਿਅਮ ਰਾਹੀਂ ਆਪ ਜੀ ਸਰਵਣ ਕਰ ਰਹੇ ਹੋ, ਸਾਰੇ ਹੀ ਪਿਆਰ ਵਿੱਚ ਭਿੱਜ ਕੇ ਬਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰਿਆਂ ਦੇ ਮਨ ਵਿੱਚ ਇਹ ਸਵਾਲ ਹੋਣਾ ਹੈ ਕਿ ਸਤਿਕਾਰਯੋਗ ਸਿੰਘ ਸਾਹਿਬ ਨੇ ਅੱਜ ਜਦੋਂ ਸ਼ਬਦ ਦੀ ਆਰੰਭਤਾ ਕੀਤੀ ਹੈ ਤੇ ਸਿਰਲੇਖ ਜਿਹੜਾ ਹੈ ਉਹ ਕੱਲ ਵਾਲਾ ਉਚਾਰਨ ਕੀਤਾ ਹੈ।
ਇਹ ਸੁਭਾਵਕ ਹੀ ਹੈ ਕਿ ਜਦੋਂ ਸਿਰਲੇਖ ਕੱਲ ਉਚਾਰਨ ਕਰ ਦਿੱਤਾ ਗਿਆ ਫਿਰ ਅੱਜ ਕਿਉਂ? ਇਸ ਦਾ ਕਾਰਨ ਇਹ ਹੈ ਕਿ ਇਹ ਬਾਣੀ ਜੋ ਛੰਤਾਂ ਦੇ ਹੈਡਿੰਗ ਹੇਠ ਹੈ, ਅਸਲ ਦੇ ਵਿੱਚ ਇਹ ਇੱਕੋ ਹੀ ਸ਼ਬਦ ਹੈ। ਸ਼੍ਰੀ ਰਾਗ ਦੇ ਵਿੱਚ ਪਾਤਸ਼ਾਹ ਜੀ ਨੇ ਇਹਦਾ ਜੋ ਹੈਡਿੰਗ ਲਿਖਿਆ, ਸ਼੍ਰੀ ਰਾਗ ਕੇ ਛੰਤ ਮਹਿਲਾ ਪੰਜਵਾਂ। ਪੰਚਮ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਇੱਕੋ ਹੀ ਸ਼ਬਦ ਹੈ। ਇਸ ਦਾ ਸਾਨੂੰ ਪਤਾ ਉਦੋਂ ਲੱਗਦਾ ਹੈ ਜਦੋਂ ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਸਿੰਘ ਸਾਹਿਬ ਨੇ ਪੜ੍ਹੀਆਂ ਤੇ ਤੁਹਾਡੇ ਡਿਸਪਲੇ 'ਤੇ ਵੀ ਸ਼ੋਅ ਹੋ ਰਹੀਆਂ ਸੀ। ਅਖੀਰ ਵਿੱਚ ਜੋ ਗਿਣਤੀ ਲਿਖੀ ਹੋਈ ਹੈ ਉਸ ਦੇ ਵਿੱਚ ਆਪ ਜੀ ਵੇਖੋਗੇ ਕਿ 5 ਲਿਖਿਆ ਹੋਇਆ ਹੈ, ਫਿਰ ਏਕਾ ਲਿਖਿਆ ਹੋਇਆ ਹੈ ਤੇ ਫਿਰ 3 ਲਿਖਿਆ ਹੋਇਆ ਹੈ। ਸੁਭਾਵਕ ਹੀ ਹੈ ਕਿ ਸਾਡੇ ਸਵਾਲ ਦਾ ਜਿਹੜਾ ਜਵਾਬ ਹੈ ਇਹਦੇ ਵਿੱਚੋਂ ਸਾਨੂੰ ਪ੍ਰਾਪਤ ਹੋ ਜਾਏਗਾ। ਜਿਹੜਾ ਪਹਿਲਾਂ 5 ਲਿਖਿਆ ਹੋਇਆ ਨਾ, ਉਹ 5 ਇਸ ਗੱਲ ਦਾ ਸੂਚਕ ਹੈ ਵੀ ਇਹ ਜਿਹੜਾ ਸ਼ਬਦ ਹੈ ਜੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਵੱਲੋਂ ਉਚਾਰਨ ਕੀਤਾ ਹੋਇਆ ਹੈ, ਇਹ 5 ਬੰਦਾਂ ਵਾਲਾ ਹੈ। ਤੇ ਸਤਿਕਾਰਯੋਗ ਸਿੰਘ ਸਾਹਿਬ ਨੇ ਕੱਲ 2 ਬੰਦ ਪੜ੍ਹੇ ਸੀ ਤੇ ਸਤਿਕਾਰਯੋਗ ਗਿਆਨੀ ਜੀ ਨੇ, ਸਿੰਘ ਸਾਹਿਬਾਨ ਨੇ, ਜਿਨ੍ਹਾਂ ਨੇ ਵਿਚਾਰ ਕੱਲ ਕੀਤੀ, ਉਹਨਾਂ ਨੇ 2 ਬੰਦਾਂ ਦੀ ਵਿਚਾਰ ਤੁਹਾਡੇ ਸਾਹਮਣੇ ਰੱਖੀ ਸੀ। 3 ਬੰਦ ਰਹਿੰਦੇ ਸਨ, ਤਿੰਨਾਂ ਦਾ ਪਾਠ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ। ਅੱਗੇ ਜਿਹੜਾ 1 ਲਿਖਿਆ ਹੋਇਆ ਹੈ ਉਹ ਇਸ ਗੱਲ ਦਾ ਸੂਚਕ ਹੈ ਕਿ ਇਹ ਇੱਕ ਸ਼ਬਦ ਹੈ। ਪਰ 3 ਕਿਉਂ ਲਿਖਿਆ? 3 ਇਸ ਕਰਕੇ ਲਿਖਿਆ ਹੋਇਆ ਹੈ ਕਿ ਛੰਤ ਦੇ ਹੈਡਿੰਗ ਹੇਠ ਇਸ ਤੋਂ ਪਹਿਲਾਂ 2 ਸ਼ਬਦ ਆ ਚੁੱਕੇ ਨੇ ਜਿਨ੍ਹਾਂ ਦੀ ਵਿਚਾਰ ਆਪ ਜੀ ਸਰਵਣ ਕਰ ਚੁੱਕੇ ਹੋ। ਪਰ ਹਾਂ, ਉਹਨਾਂ ਦੇ ਵਿੱਚ ਡੱਖਣੇ ਦੀ ਵਰਤੋਂ ਨਹੀਂ ਸੀ ਕੀਤੀ ਗਈ, ਦੋਹਰੇ ਦੀ ਵਰਤੋਂ ਨਹੀਂ ਸੀ ਕੀਤੀ ਗਈ। ਜਿਹੜੇ ਆਪ ਜੀ ਨੇ ਸ਼ਬਦ ਸਰਵਣ ਕੀਤੇ ਸਨ ਉਹ ਚੌਥੇ ਪਾਤਸ਼ਾਹ ਜੀ ਦਾ ਇੱਕ ਸੀ, ਫਿਰ ਇੱਕ ਛੰਤ ਜਿਹੜਾ ਹੈ ਪੰਜਵੇਂ ਪਾਤਸ਼ਾਹ ਜੀ ਦਾ, ਤੇ ਇਹ ਇੱਕ ਛੰਤ ਫੇਰ ਮੁੜ ਕੇ ਪੰਚਮ ਪਾਤਸ਼ਾਹ ਦਾ ਹੈ। ਇਸ ਤਰ੍ਹਾਂ ਇਹ ਛੰਤਾਂ ਹੇਠ ਬਾਣੀ ਜੋ ਦਰਜ ਹੋਈ ਹੈ ਇਹ ਟੋਟਲ 3 ਸ਼ਬਦ ਬਣਦੇ ਹਨ। ਇਸ ਤੋਂ ਪਹਿਲਾਂ ਪਹਿਰੇ ਸੀ, ਫਿਰ ਛੰਤ ਨੇ, ਇਸ ਤੋਂ ਅੱਗੇ ਜਿਹੜਾ ਹੈ ਫਿਰ ਵਣਜਾਰੇ ਦੇ ਹੈਡਿੰਗ ਹੇਠ ਬਾਣੀ ਜਿਹੜਾ ਹੈ ਉਹ ਦਰਜ ਕੀਤੀ ਗਈ ਹੈ। ਸੋ ਗੁਰੂ ਸਵਾਰਿਓ, ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਮੁਲਤਾਨ ਦੇ ਇਲਾਕੇ ਵਿੱਚ ਜਿਹਨੂੰ ਆਪਾਂ ਦੋਹਰਾ ਕਹਿੰਦੇ ਆ ਉਸ ਨੂੰ ਦੱਖਣਾ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਭਾਵੇਂ ਇਹਦਾ ਦੱਖਣਾ ਸ਼ਬਦ ਵੀ ਮਿਲਦਾ ਹੈ, ਪਰ ਗੁਰੂ ਸਾਹਿਬ ਜੀ ਨੇ ਦੱਦੇ ਦੀ ਥਾਂ ਤੇ ਡੱਡੇ ਦੀ ਵਰਤੋਂ ਕੀਤੀ ਗਈ ਹੈ। ਯਾਦ ਰੱਖਣਾ, ਇਹ ਇੱਕ ਥਾਂ ਤੇ ਨਹੀਂ ਹੈ, ਇਹ ਕਈ ਥਾਵਾਂ ਤੇ ਗੁਰਬਾਣੀ ਦੇ ਵਿੱਚ ਆਪ ਜੀ ਗੁਰੂ ਸਾਹਿਬਾਨ ਵੱਲੋਂ ਕੀਤੀ ਹੋਈ ਵਰਤੋਂ ਨੂੰ ਵੇਖੋਗੇ ਕਿ ਪਾਤਸ਼ਾਹ ਜੀ ਨੇ ਜਿੱਥੇ ਕਾਜ਼ੀ ਸ਼ਬਦ ਮਿਲਦਾ ਹੈ ਉੱਥੇ ਕਾਦੀ ਦੱਦੇ ਦੀ ਵਰਤੋਂ ਕੀਤੀ ਹੈ। ਪਾਤਸ਼ਾਹ ਜੀ ਗੁਰਬਾਣੀ ਜਦੋਂ ਤੁਸੀਂ ਪੜ੍ਹਦੇ ਹੋ ਤੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ, ਤੇ ਕਾਗਜ਼ ਦੀ ਥਾਂ ਤੇ ਕਾਗਦ ਵੀ ਗੁਰੂ ਸਾਹਿਬ ਜੀ ਨੇ ਵਰਤਿਆ ਹੈਗਾ। ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਿਆ ਹੈ। ਤੇ ਪਾਤਸ਼ਾਹ ਜੀ ਅੱਜ ਦੇ ਜੋ ਪਹਿਲਾਂ ਦੱਖਣਾ ਹੈ ਉਹਦੇ ਵਿੱਚ ਮਾਲਕ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਆਖਦੇ ਨੇ, ਦੱਖਣਾ ਧੂੜੀ ਮੱਜਨ ਸਾਧਖੇ ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ। ਇੱਕ ਗੱਲ ਦਾ ਹੋਰ ਧਿਆਨ ਦੇਣਾ ਹੈ ਕਿ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਜਾਂ ਦਾਸ ਨੇ ਉਚਾਰਨ ਕੀਤਾ ਹੈ, ਇਹਦਾ ਉਚਾਰਨ ਇਸੇ ਤਰ੍ਹਾਂ ਕਰਨਾ ਹੈ। ਕਈ ਵਾਰ ਸਪੈਲਿੰਗ ਸੇਮ ਹੁੰਦੇ ਨੇ ਸ਼ਬਦ ਦੇ, ਪਰ ਉਹਦਾ ਉਚਾਰਨ ਧਿਆਨ ਨਾਲ ਕਰਨਾ ਹੁੰਦਾ ਹੈ, ਪ੍ਰਕਰਨ ਮੁਤਾਬਕ ਕਰਨਾ ਹੁੰਦਾ ਹੈ ਕਿ ਉੱਥੇ ਅਰਥ ਕੀ ਬਣਦੇ ਨੇ ਤੇ ਇੱਥੇ ਅਰਥ ਕੀ ਬਣਦੇ ਨੇ। ਸੱਸਾ ਸੱਸੇ ਨੂੰ ਕੰਨਾ, ਈੜੀ ਨੂੰ ਬਿਹਾਰੀ,
ਸ਼ਬਦ ਤਾਂ ਹੁਣ ਸਾਈ ਹੈ, ਪਰ ਜੇ ਇਸ ਨੂੰ ਸਾਈ ਪੜ੍ਹੋਗੇ ਤਾਂ ਇਹਦਾ ਅਰਥ ਹੋ ਜਾਏਗਾ ਉਹੀ। ਇਸ ਸ਼ਬਦ ਦੇ ਵਿੱਚ ਇਹ ਸ਼ਬਦ 2 ਵਾਰ ਵਰਤਿਆ ਗਿਆ ਹੈ। ਅੱਗੇ ਵੀ ਆਵੇਗਾ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਪਰ ਜਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਸ਼ਬਦ ਦੀ ਵਰਤੋਂ ਕਰਦੇ ਨੇ ਤੇ ਉੱਥੇ ਹੋਰ ਅਰਥਾਂ ਵਿੱਚ ਵਰਤੋਂ ਹੁੰਦੀ ਹੈ। ਆਪ ਜੀ ਸਿਆਣੇ ਬੈਠੇ ਹੋ, ਮੈਨੂੰ ਉਮੀਦ ਹੈ ਕਿ ਰੋਜ਼ਾਨਾ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋਵੋਗੇ। ਜੇ ਨਹੀਂ ਕਰਦੇ ਤਾਂ ਸਾਨੂੰ ਕਰਨਾ ਚਾਹੀਦਾ ਹੈ। ਕਿਉਂਕਿ ਸਾਡੇ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਾਮਲ ਹੈ ਸਿੱਖ ਰਹਿਤ ਮਰਿਆਦਾ, ਜੋ ਹਰ ਇੱਕ ਸਿੱਖ ਤੇ ਲਾਗੂ ਹੈ। ਉਹਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਕਿ ਹਰ ਇੱਕ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ। ਸੋ ਗੁਰੂ ਸਵਾਰਿਓ, ਜਦੋਂ ਆਪ ਜੀ ਪੜ੍ਹੋਗੇ ਜਪਜੀ ਸਾਹਿਬ ਤੇ ਆਪ ਜੀ ਇਸ ਪਾਵਨ ਸ਼ਬਦ ਨੂੰ ਪੜ੍ਹੋਗੇ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਉੱਥੇ ਤਾਂ ਆਪਾਂ ਸਾਈ ਨਹੀਂ ਪੜ੍ਹਦੇ, ਪਰ ਸਪੈਲਿੰਗ ਸੇਮ ਨੇ। ਸੱਸਾ ਸੱਸੇ ਨੂੰ ਕੰਨਾ ਤੇ ਈੜੀ ਨੂੰ ਬਿਹਾਰੀ। ਉੱਥੇ ਅਰਥ ਹੈ ਜੋ ਤੁਧ ਭਾਵੈ ਸਾਈ ਭਲੀ ਕਾਰ, ਮੇਰੇ ਮਾਲਕਾ ਜੋ ਤੈਨੂੰ ਭਾਉਂਦਾ ਉਹ ਮੈਨੂੰ ਪ੍ਰਵਾਨ ਹੈ। ਹੁਣ ਉਹਦੇ ਅਰਥ ਬਦਲ ਗਏ ਤੇ ਇੱਥੇ ਜਿਹੜਾ ਅਰਥ, ਇੱਥੇ ਪਰਮੇਸ਼ਰ ਵਾਹਿਗੁਰੂ, ਜਦੋਂ ਅਸੀਂ ਬਿੰਦੀ ਲਾ ਦਿੱਤੀ ਕੰਨੇ ਤੇ, ਭਾਵ ਬਿੰਦੀ ਵੀ ਨਾ ਵਰਤੀਏ, ਜੇ ਨਾਸਕੀ ਉਚਾਰਨ ਕਰ ਲਈਏ ਤਾਂ ਗੁਰੂ ਸਵਾਰਿਓ ਨਾਸਕੀ ਉਚਾਰਨ ਵਿੱਚ ਇਹਦਾ ਅਰਥ ਹੋਏਗਾ ਪਰਮੇਸ਼ਰ ਵਾਹਿਗੁਰੂ ਸਾਈਂ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਧੂੜੀ ਮੱਜਨ ਸਾਧ ਖੇ। ਦੂਜੀ ਗੱਲ, ਜਿਹੜਾ ਖੇ ਸ਼ਬਦ ਆਇਆ ਨਾ, ਉਹ ਖੇ ਸ਼ਬਦ ਖੱਖੇ ਨੂੰ ਲਾਂ ਹੈ, ਹਾਹਾ ਨਹੀਂ ਹੈ ਨਾਲ। ਜੇ ਖੱਖੇ ਦੇ ਨਾਲ ਲਾਂ ਤੇ ਹਾਹਾ ਹੁੰਦਾ ਫਿਰ ਉਸ ਦਾ ਅਰਥ, ਖੇ ਦਾ ਅਰਥ ਸਵਾ ਹੁੰਦਾ। ਇੱਥੇ ਅਰਥ ਹੈ ਖੇ ਦਾ ਦੀ। ਗੁਰਬਾਣੀ ਦੀਆਂ ਇਹ ਬਰੀਕੀਆਂ ਜੋ ਸਿੰਘ ਸਾਹਿਬ ਨੇ ਕਿਹਾ ਵੀ ਬਾਣੀ ਦੀ ਵਿਚਾਰ, ਉਹਦੇ ਸ਼ਬਦ ਅਰਥ, ਉਹਦੇ ਭਾਵ ਅਰਥ, ਘੱਟੋ ਘੱਟ ਜਿਹੜਾ ਸ਼ਬਦ ਪੜਿਆ ਜਾ ਰਿਹਾ ਸਾਨੂੰ ਸਮਝ ਆਵੇ ਅੱਖਰੀ ਅਰਥ। ਇਸ ਕਰਕੇ ਮੈਂ ਬੇਨਤੀ ਕੀਤੀ, ਖੇ ਜਿਹੜਾ ਸ਼ਬਦ ਹੈ ਨਾ, ਉਹਦਾ ਇੱਥੇ ਅਰਥ ਉਹ ਸਵਾ ਨਹੀਂ ਬਣਦਾ, ਧੂੜੀ ਨਹੀਂ ਬਣਦਾ, ਕਿਉਂਕਿ ਧੂੜੀ ਸ਼ਬਦ ਆ ਗਿਆ। ਜਦੋਂ ਸਵਾ ਬਣੇਗਾ, ਖੇ ਬਣੇਗਾ, ਉਦੋਂ ਨਾਲ ਹਾਹਾ ਹੋਏਗਾ। ਖੱਖਾ ਖੱਖੇ ਉੱਤੇ ਲਾਵਾਂ ਹਾਹਾ। ਖੇ ਹੈ ਉਹ ਇਸਤਰੀ ਲਿੰਗ, ਜਾਂ ਤਾਂ ਮੁਕਤਾ ਹੋਏਗਾ ਜਾਂ ਉਹ ਸਿਆਰੀ ਹੋਏਗੀ। ਤੇ ਇੱਥੇ ਪਾਤਸ਼ਾਹ ਕਹਿੰਦੇ ਨੇ, ਧੂੜੀ ਮੱਜਨ ਸਾਧ ਖੇ, ਸਾਈਂ ਥੀਏ ਕਿਰਪਾਲ। ਕਹਿਣਗੇ ਜਿਨ੍ਹਾਂ ਵੱਡੇ ਭਾਗਾਂ ਵਾਲਿਆਂ ਉੱਤੇ ਉਹ ਪਰਮੇਸ਼ਰ ਵਾਹਿਗੁਰੂ ਕਿਰਪਾਲੂ ਹੋ ਜਾਂਦਾ ਹੈ, ਉਹ ਮਾਲਕ ਰਹਿਮਤ ਕਰਦਾ ਹੈ, ਬਖਸ਼ਿਸ਼ ਕਰਦਾ ਹੈ। ਪਾਤਸ਼ਾਹ ਕਹਿੰਦੇ ਨੇ, ਉਹ ਸੱਜਣ, ਉਹ ਭਾਗਾਂ ਵਾਲੇ ਸੱਜਣ ਗੁਰੂ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰਦੇ ਨੇ। ਮੱਜਨ ਦਾ ਅਰਥ ਹੈ ਇਸ਼ਨਾਨ ਕਰਨਾ। ਇਹ ਗੁਰਬਾਣੀ ਵਿੱਚ ਕਈ ਥਾਵਾਂ ਤੇ ਮੱਜਨ ਸ਼ਬਦ ਜਿਹੜਾ ਹੈ ਉਹ ਵਰਤਿਆ ਗਿਆ, ਹਾਲਾਂਕਿ ਮੈਜਨ ਵੀ ਵਰਤਿਆ ਗਿਆ। ਮੈਜਨ ਦਾ ਅਰਥ ਹੁੰਦਾ ਤੋਤੇ, ਮੱਜਨ ਦਾ ਅਰਥ ਹੁੰਦਾ ਇਸ਼ਨਾਨ ਕਰਨਾ। ਸੇ ਪਾਤਸ਼ਾਹ ਕਹਿੰਦੇ ਨੇ ਕਿ ਸਾਧੂ ਦੀ ਧੂੜੀ ਦੇ ਵਿੱਚ ਇਸ਼ਨਾਨ ਕਰ। ਇੱਥੇ ਮੈਂ ਰੁਕ ਕੇ 1 ਮਿੰਟ ਵਾਸਤੇ ਕਲੀਅਰ ਕਰਦੇ ਹਾਂ, ਧੂੜੀ ਵਿੱਚ ਇਸ਼ਨਾਨ ਕਰਨਾ ਕੀ ਹੈ। ਕਿਉਂਕਿ ਧੂੜ ਤਾਂ ਬਹੁਤ ਸਾਰੀ ਤੁਹਾਨੂੰ ਰਾਹਾਂ ਵਿੱਚ ਮਿਲ ਜਾਏਗੀ, ਰਸਤਿਆਂ 'ਚ ਮਿਲ ਜਾਏਗੀ। ਪਹਿਲਾਂ ਕੱਚੇ ਰਾਹ ਹੁੰਦੇ ਸੀ ਤੇ ਵਾਧੂ ਧੂੜ ਉੱਡਦੀ ਸੀ, ਅੱਜ ਵੀ ਵਾਧੂ ਉੱਡਦੀ ਹੈ। ਧੂੜੀ ਦੇ ਨਾਲ ਤਾਂ ਜਿਹੜਾ ਹੈ ਉਹ ਕੱਪੜੇ ਮੈਲੇ ਹੁੰਦੇ ਨੇ, ਮਨੁੱਖ ਧੂੜ ਤੋਂ ਬਚਦਾ ਹੈ, ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ। ਫਿਰ ਇੱਥੇ ਧੂੜ ਗੁਰਮਤਿ ਵਿੱਚ ਕਿਸ ਨੂੰ ਕਿਹਾ ਹੈ? ਗੁਰੂ ਸਵਾਰਿਓ, ਆਪਾਂ ਜਦੋਂ 12 ਮਾਹਾਂ ਦੀ ਬਾਣੀ ਪੜ੍ਹਦੇ ਹਾਂ ਨਾ, ਉੱਥੇ ਵੀ ਇਹ ਜ਼ਿਕਰ ਆਉਂਦਾ ਹੈ। ਔਰ ਆਪ ਜੀ 1-2 ਮਹੀਨੇ ਬਾਅਦ ਜਿਹੜਾ ਹੈ ਉਹ ਵਿਚਾਰ ਸਰਵਣ ਵੀ ਕਰੋਗੇ ਕਿ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਸੇ ਪਾਤਸ਼ਾਹ ਜੀ ਜ਼ਿਕਰ ਕੀ ਕਰ ਰਹੇ ਨੇ? ਮੇਰੇ ਮਾਲਕ ਕਹਿੰਦੇ, ਭਲਿਆ ਲੋਕ ਮਾਗੀ ਦੇ ਮਹੀਨੇ ਵਿੱਚ, ਮਾਘ ਦੇ ਮਹੀਨੇ ਵਿੱਚ ਕੀ ਕਰਦੇ ਨੇ?
ਕੋਈ ਪ੍ਰਯਾਗਰਾਜ, ਕੋਈ ਇਲਾਹਾਬਾਦ, ਕੋਈ ਕਿਸ ਥਾਂ ਤੇ ਇਸ਼ਨਾਨ ਕਰਨ ਜਾ ਰਿਹਾ, ਕੋਈ ਤ੍ਰਿਵੇਣੀ ਦਾ ਇਸ਼ਨਾਨ ਕਰ ਰਿਹਾ, ਕੋਈ ਗੰਗਾ ਦਾ ਇਸ਼ਨਾਨ ਕਰ ਰਿਹਾ, ਕੋਈ ਕਿਸੇ ਥਾਂ ਤੇ ਇਸ਼ਨਾਨ ਕਰ ਰਿਹਾ, ਕਹਿਣਗੇ ਤੂੰ ਵੀ ਇਸ਼ਨਾਨ ਕਰ। ਗੁਰੂ ਦੇ ਸਿੱਖਾਂ ਤੂੰ ਵੀ ਇਸ਼ਨਾਨ ਕਰ, ਪਰ ਕਾਹਦੇ ਵਿੱਚ ਕਰ? ਸਤਿਗੁਰੂ ਪਾਤਸ਼ਾਹ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ, ਸਾਧੂਆਂ ਦੀ ਚਰਨ ਧੂੜ ਲੈ, ਉਹਦੇ ਵਿੱਚ ਇਸ਼ਨਾਨ ਕਰ। ਸਾਧੂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਨਾ ਭਾਵ ਸਾਧੂ ਕੋਲ ਬੈਠਣਾ। ਸਾਧੂ ਕੋਲ ਬੈਠ ਕੇ ਉਹਦੇ ਗੁਣ, ਉਹਦੀਆਂ ਵਿਚਾਰਾਂ ਨੂੰ ਗ੍ਰਹਿਣ ਕਰ, ਗੁਰਮਤਿ ਨੂੰ ਗ੍ਰਹਿਣ ਕਰ, ਗੁਰੂ ਕੋਲ ਬਹਿ, ਗੁਰੂ ਵਾਲਾ ਬਣ, ਤੇ ਗੁਰੂ ਕੋਲ ਬੈਠ ਕੇ ਗੁਰੂ ਦੀ ਚਰਨ ਧੂੜ ਵਿੱਚ ਇਸ਼ਨਾਨ ਕਰਕੇ ਕੀ ਕਰ? ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਕਹਿੰਦੇ ਮਾਗ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ। ਹਰੀ ਦੇ ਨਾਮ ਨੂੰ ਧਿਆਉਣਾ ਅਤੇ ਹਰੀ ਦੇ ਨਾਮ ਨੂੰ ਸੁਣਨਾ, ਇਹ ਸਤਿਗੁਰੂ ਦੀ ਸੰਗਤ ਵਿੱਚ ਅੱਜ ਆਪ ਜੀ ਬੈਠੇ ਹੋ ਨਾ, ਤੇ ਇਸ਼ਨਾਨ ਹੀ ਕਰ ਰਹੇ ਹੋ। ਗੁਰੂ ਸਵਾਰਿਓ, ਸਤਿਗੁਰੂ ਦੀ ਸੰਗਤ ਵਿੱਚ ਬਹਿ ਕੇ ਕੀ ਕਰਨਾ? ਹਰੀ ਦੇ ਨਾਮ ਨੂੰ ਧਿਆਉਣਾ ਹੈ। ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਕਰਨੀ ਹੈ। ਨਾਮ ਜਪੋ ਨਾਮੋ ਆਰਾਧੋ ਦਾ ਧਾਰਨੀ ਹੋਣਾ ਹੈ, ਬੰਦਗੀ ਕਰਨੀ ਹੈ। ਤੇ ਜਿੱਥੇ ਨਾਮ ਨੂੰ ਧਿਆਉਣਾ ਹੈ ਉੱਥੇ ਨਾਮ ਨੂੰ ਸੁਣਨਾ ਹੈ। ਜਿਵੇਂ ਆਪ ਜੀ ਦੂਰ ਦੁਹਾਡੇ ਦੇ ਇਲਾਕਿਆਂ ਵਿੱਚ, ਪਿੰਡਾਂ ਵਿੱਚ ਬਹਿ ਕੇ, ਸ਼ਹਿਰਾਂ ਵਿੱਚ ਬਹਿ ਕੇ ਟੀਵੀ ਦੇ ਮਾਧਿਅਮ ਰਾਹੀਂ ਸੁਣ ਰਹੇ ਹੋ, ਇੱਥੇ ਆਪ ਜੀ ਸਨਮੁਖ ਬੈਠ ਕੇ ਨਾਮ ਨੂੰ ਸੁਣ ਰਹੇ ਹੋ। ਕਿਉਂ? ਕਿਉਂਕਿ ਨਾਨਕ ਦੇ ਘਰ ਵਿੱਚ ਤਾਂ ਨਾਨਕ ਕਹਿ ਕਰ ਕੇਵਲ ਨਾਮ। ਭਾਈ ਨਾਨਕ ਦੇ ਘਰ ਵਿੱਚ ਤਾਂ ਕੇਵਲ ਨਾਮ ਦੀ ਚਰਚਾ ਹੁੰਦੀ ਹੈ। ਨਾਨਕ ਦੇ ਘਰ ਵਿੱਚ ਕੇਵਲ ਬੰਦਗੀ ਦੀ ਗੱਲ ਹੈ। ਨਾਨਕ ਦੇ ਘਰ ਵਿੱਚ ਨਾਮ ਦ੍ਰਿੜ ਕਰਾਇਆ ਜਾਂਦਾ ਹੈ, ਨਾਮ ਨੂੰ ਧਿਆਇਆ ਜਾਂਦਾ ਤੇ ਨਾਮ ਨੂੰ ਸੁਣਿਆ ਜਾਂਦਾ ਹੈ। ਤੇ ਤੀਜੀ ਗੱਲ ਸਤਿਗੁਰੂ ਕਹਿਣਗੇ ਸਭਨਾਂ ਨੂੰ ਕਰਦਾਨ। ਇੱਥੇ ਦਾਨ ਰੁਪਇਆ ਪੈਸਾ ਨਹੀਂ, ਇੱਥੇ ਦਾਨ ਹੈ ਜੋ ਨਾਮ ਸੁਣਿਆ, ਜੋ ਨਾਮ ਧਿਆਇਆ, ਉਸ ਨਾਮ ਨੂੰ ਵੰਡ, ਉਸ ਨੂੰ ਆਪਣੇ ਤੱਕ ਸੀਮਿਤ ਨਾ ਰੱਖ, ਉਹਨੂੰ ਆਪ ਜਪ ਤੇ ਦੂਜਿਆਂ ਨੂੰ ਜਪਾ। ਜਿਸ ਦਿਨ ਤੂੰ ਆਪ ਵੀ ਜਪੇਂਗਾ ਤੇ ਦੂਜਿਆਂ ਨੂੰ ਜਪਾਵੇਂਗਾ, ਮੇਰੇ ਮਾਲਕ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਗੁਰੂ ਸਵਾਰਿਓ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜੋ ਮੂਲ 3 ਸਿਧਾਂਤ ਸਾਨੂੰ ਦ੍ਰਿੜ ਕਰਾਏ ਨਾ, ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ, ਉਹਦੇ ਵਿੱਚ ਜੋ ਕਿਰਤ ਕਰਨੀ ਹੈ ਉਹਦੇ ਵਿੱਚੋਂ ਦਸਵੰਧ ਕੱਢਣਾ ਹੈ, ਜੋ ਨਾਮ ਜਪਣਾ ਹੈ ਉਹਨੂੰ ਵੀ ਵੰਡਣਾ ਹੈ। ਕੇਵਲ ਆਪਣੇ ਤੱਕ ਸੀਮਿਤ ਨਹੀਂ ਰੱਖਣਾ। ਜੇ ਤੁਹਾਡੇ ਤੇ ਰੱਬ ਤਰੁੱਠਿਆ, ਤੁਹਾਡੇ ਤੇ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਤੁਸੀਂ ਨਾਮ ਜਪ ਰਹੇ ਹੋ ਤੇ ਦੂਜਿਆਂ ਨੂੰ ਵੀ ਜਪਾਓ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਇਹਦਾ ਫਾਇਦਾ ਹੀ ਫਾਇਦਾ ਹੋਣਾ ਹੈ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਪਾਤਸ਼ਾਹ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਮੈਲ ਜਿਹੜੀ ਹੈ ਉਹ ਉਤਰ ਜਾਏਗੀ। ਮਨ ਵਿੱਚੋਂ ਅਹੰਕਾਰ ਲੱਥ ਜਾਏਗਾ, ਮਨ ਦੇ ਵਿੱਚੋਂ ਜਿਹੜਾ ਗੁਮਾਨ ਸੀ ਉਹ ਲੱਥ ਜਾਏਗਾ, ਉਹ ਦੂਰ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਭੈੜੀ ਬਿਮਾਰੀ ਤੇ ਗੁਮਾਨ ਹੀ ਹੈ, ਸਭ ਤੋਂ ਭੈੜੀ ਬਿਮਾਰੀ ਤੇ ਅਹੰਕਾਰ ਹੈ। ਕਹਿਣ ਲੱਗੇ ਇਹ ਵੀ ਲੱਥ ਜਾਏਗਾ। ਇਸ ਤੋਂ ਅੱਗੇ ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸਵਾਨ। ਆ ਜਿਹੜਾ ਕਾਮ ਵਾਸਨਾ ਵਿੱਚ ਗਲਤਾਨ ਰਹਿਣਾ, ਸਤਿਗੁਰੂ ਕਹਿਣਗੇ ਕ੍ਰੋਧ ਤੈਨੂੰ ਜਿੱਤ ਲੈਂਦਾ ਹੈ, ਕ੍ਰੋਧ ਤੇਰੇ ਉੱਤੇ ਹਾਵੀ ਹੋ ਜਾਂਦਾ ਹੈ। ਤੂੰ ਗੁੱਸੇ ਦੇ ਕਾਰਨ ਦਿਨ ਰਾਤ ਔਖਾ ਰਹਿਣਾ, ਕਦੇ ਆਪਣਿਆਂ ਤੇ ਕਦੇ ਬੇਗਾਨਿਆਂ ਤੇ, ਬਹੁਤ ਔਖਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਵੀ ਜਿਹੜਾ ਹੈ ਚਲਾ ਜਾਏਗਾ। ਤੇਰੇ ਅੰਦਰ ਨਾ ਵਾਸਨਾ ਰਵੇਗੀ, ਨਾ ਕ੍ਰੋਧ ਰਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸਵਾਨ। ਲੋਭ ਰੂਪੀ ਕੁੱਤਾ ਵੀ ਜਿਹੜਾ ਹੈ, ਜਿਹੜਾ ਨਿਤ ਸਵੇਰੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਪਾਤਸ਼ਾਹ ਕਹਿੰਦੇ ਜਿਸ ਦਿਨ ਸਾਧੂ ਦੀ ਧੂੜੀ ਵਿੱਚ ਇਸ਼ਨਾਨ ਕਰ ਲਿਆ ਨਾ, ਉਸ ਦਿਨ ਇਹ ਲੋਭ ਰੂਪੀ ਕੁੱਤਾ ਵੀ ਭੌਂਕਣੋਂ ਹਟ ਜਾਏਗਾ। ਉਸ ਦਿਨ ਲਾਲਚ ਵਿਰਤੀ ਅੰਦਰੋਂ ਖਤਮ ਹੋ ਜਾਏਗੀ। ਉਸ ਦਿਨ ਕ੍ਰੋਧ ਵਿਰਤੀ, ਕਾਮ ਵਿਰਤੀ ਅੰਦਰੋਂ ਖਤਮ ਹੋ ਜਾਏਗੀ। ਤੇ ਪਿਆਰਿਆ, ਇਸ ਮਾਰਗ ਤੇ ਤੁਰਨਾ, ਸਾਧੂ ਦਾ ਸੰਗ ਕਰਨਾ,
ਸਾਧੂ ਦੀ ਗੁਰੂ ਦੀ ਚਰਨ ਧੂੜ ਲੈਣੀ, ਉਹਦੇ ਵਿੱਚ ਇਸ਼ਨਾਨ ਕਰਨਾ, ਗੁਰੂ ਦੀ ਸਿੱਖਿਆ ਲੈਣੀ, ਉਸ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਉਣਾ, ਉਹਦੇ ਮੁਤਾਬਕ ਤੁਰਨਾ, ਇਸ ਸਚਾਈ ਦੇ ਮਾਰਗ ਤੇ ਤੁਰਨਾ, ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ। ਇਹਨੂੰ ਗੁਰਦੇਵ ਕਹਿੰਦੇ ਸੱਚੇ ਮਾਰਗ ਚਲਦਿਆਂ ਉਸਤਤ ਕਰੈ ਜਹਾਨ। ਜਿਸ ਦਿਨ ਇਸ ਮਾਰਗ ਤੇ ਤੁਰੇਗਾ ਨਾ, ਫਿਰ ਜਹਾਨ ਵਿੱਚ ਉਸਤਤ ਹੋਵੇਗੀ, ਵਡਿਆਈ ਹੋਵੇਗੀ, ਨਾਮਣਾ ਮਿਲੇਗਾ, ਇੱਜ਼ਤ ਮਿਲੇਗੀ। ਤੇ ਗੁਰੂ ਸਵਾਰਿਓ, ਪਾਤਸ਼ਾਹ ਕਹਿੰਦੇ ਹੇ ਨਾਨਕ, ਗੁਰਦੇਵ ਪਾਤਸ਼ਾਹ ਕਹਿੰਦੇ ਨਾ ਲੱਦੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ। ਮੇਰੇ ਮਾਲਕ ਕਹਿੰਦੇ ਹੇ ਨਾਨਕ, ਜਿਸ ਦਿਨ ਨਾਮ ਦਾ ਪਦਾਰਥ ਤੈਨੂੰ ਮਿਲ ਗਿਆ, ਜਿਸ ਦਿਨ ਨਾਮ ਮਿਲ ਗਿਆ ਗੁਰੂ ਕੋਲੋਂ, ਉਸ ਦਿਨ ਸਾਰੇ ਪਦਾਰਥ ਤੈਨੂੰ ਪ੍ਰਾਪਤ ਹੋ ਜਾਣਗੇ। ਜਿਸ ਦਿਨ ਇੱਕ ਅਕਾਲ ਪੁਰਖ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਤੇ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾਈ ਨਾ, ਉਸ ਦਿਨ ਸਾਰੇ ਪਦਾਰਥ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ। ਪਾਤਸ਼ਾਹ ਕਹਿੰਦੇ ਇੱਕ ਮਾਲਕ ਦੀ ਆਰਾਧਨਾ, ਇੱਕ ਪਰਮੇਸ਼ਰ ਵਾਹਿਗੁਰੂ ਜੀ ਦਾ ਜਾਪ ਜਪਣਾ ਤੇ ਸਾਰੇ ਪਦਾਰਥ ਆ ਜਾਣਗੇ। ਫਿਰ ਸਾਨੂੰ ਚੰਗਾ ਹੈ ਜਿੰਨੀ ਛੇਤੀ ਹੋਵੇ ਗੁਰੂ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਗੁਰੂ ਸਲਾਹ ਦੇ ਰਿਹਾ ਪਿਆਰਿਆ, ਇੱਕ ਨਾਮ ਨੂੰ ਜਪ, ਇੱਕ ਪਰਮੇਸ਼ਰ ਦੀ ਬੰਦਗੀ ਕਰ, ਬਾਕੀ ਸਾਰੇ ਨਿਰਾਫਲ ਨੇ। ਜੇ ਤੂੰ ਇੱਕ ਨੂੰ ਜਪ ਲਿਆ ਤੇ ਸਾਰੇ ਪਦਾਰਥ ਤੇਰੇ ਕੋਲ ਹੋਣਗੇ। ਅੱਗੇ ਮੇਰੇ ਮਾਲਕ ਛੰਤ ਵਿੱਚ ਬਖਸ਼ਿਸ਼ ਕਰ ਰਹੇ ਨੇ। ਗੁਰਦੇਵ ਆਖਦੇ ਨੇ ਛੰਤ, ਸੁੰਦਰ ਸੁਆਮੀ ਧਾਮ, ਭਗਤਾਂ ਬਿਸਰਾਮ, ਆਸਾ ਲਗ ਜੀਵ ਤੇ ਜੀਓ। ਮੇਰੇ ਮਾਲਕ ਨੇ ਕਿਹਾ ਜਿਹੜੇ ਨਾਮ ਜਪਦੇ ਨੇ ਨਾ, ਬੰਦਗੀ ਕਰਦੇ ਨੇ, ਜਿਨ੍ਹਾਂ ਨੇ ਸਾਧੂ ਦੀ ਨੇੜਤਾ ਪ੍ਰਾਪਤ ਕਰ ਲਈ, ਮੇਰੇ ਮਾਲਕ ਕਹਿੰਦੇ ਉਹਨਾਂ ਦਾ ਤੇ ਭਾਈ ਸੋਹਣਾ ਧਾਮ ਪ੍ਰਭੂ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨੀ ਨੇ। ਉਹਨਾਂ ਦਾ ਟਿਕਾਣਾ ਮਾਲਕ ਦੇ ਚਰਨ ਨੇ। ਉਹਨਾਂ ਭਗਤ ਜਨਾਂ ਦਾ ਵਿਸ਼ਰਾਮ ਟਿਕਾਣਾ ਅਕਾਲ ਪੁਰਖ ਦੇ ਚਰਨਾਂ ਵਿੱਚ ਹੁੰਦਾ ਹੈ। ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਉਹਨਾਂ ਦਾ ਸੋਹਣਾ ਧਾਮ ਮਾਲਕ ਦੇ ਚਰਨ ਹੀ ਹਨ। ਤੇ ਆਸਾ ਲਗ ਜੀਵ ਤੇ ਜੀਓ, ਕਹਿਣ ਲੱਗੇ ਉਹਨਾਂ ਦੇ ਮਨ ਵਿੱਚ ਇੱਕੋ ਹੀ ਆਸਾ ਹੈ ਕਿ ਇਹ ਆਤਮਿਕ ਜੀਵਨ ਉੱਚਾ ਉੱਠ ਜਾਏ। ਇਹ ਜੀਵਨ ਉੱਚਾ ਉੱਠ ਜਾਏ ਤੇ ਜੀਵਨ ਉੱਚਾ ਤਦੇ ਹੋ ਸਕਦਾ ਜੇ ਨਾਮ ਜਪਾਂਗੇ, ਬੰਦਗੀ ਕਰਾਂਗੇ। ਮੇਰੇ ਮਾਲਕ ਕਹਿੰਦੇ ਨੇ ਕਿ ਉਹਨਾਂ ਨੂੰ ਇੱਕੋ ਹੀ ਹੈ, ਮੇਰੇ ਮਾਲਕਾ ਤੂੰ ਸਾਡੇ ਤੇ ਕਿਰਪਾ ਕਰੀ, ਤੂੰ ਸਾਨੂੰ ਭੁੱਲੇ ਨਾ, ਤੇਰੀ ਯਾਦ ਸਾਨੂੰ ਨਾ ਭੁੱਲੇ, ਤੇਰੀ ਬੰਦਗੀ ਵਿੱਚ ਅਸੀਂ ਰਹੀਏ। ਤੇ ਸਤਿਗੁਰੂ ਕਹਿਣ ਲੱਗੇ ਜਦੋਂ ਉਹ ਅਰਦਾਸ ਕਰਦੇ ਨੇ ਤੇ ਮਾਲਕ ਵੀ ਕਿਰਪਾ ਕਰਦਾ ਹੈ। ਫਿਰ 8 ਪਹਿਰ ਉਹ ਮਾਲਕ ਦੀ ਆਰਾਧਨਾ ਕਰਦੇ ਨੇ, ਪਰਮੇਸ਼ਵਰ ਦੀ ਬੰਦਗੀ ਕਰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀ ਅਵਸਥਾ ਇਹ ਹੁੰਦੀ ਹੈ, ਮਨ ਤਨੇ ਗਲ ਤਾਨ ਸਿਮਰਤ ਪ੍ਰਭ ਨਾਮ, ਹਰ ਅੰਮ੍ਰਿਤ ਪੀਵ ਤੇ ਜੀਓ। ਐਸੇ ਪ੍ਰਭੂ ਪਿਆਰੇ, ਅਜਿਹੇ ਪ੍ਰਭੂ ਦੇ ਭਗਤ, ਉਹਨਾਂ ਦਾ ਮਨ, ਉਹਨਾਂ ਦਾ ਤਨ ਪ੍ਰਭੂ ਦੇ ਨਾਮ ਸਿਮਰਨ ਵਿੱਚ ਮਸਤ ਰਹਿੰਦਾ ਹੈ। ਕਈ ਵਾਰ ਅਸੀਂ ਸ਼ਬਦ ਨੂੰ ਉੱਪਰੋਂ ਪੜ੍ਹਦੇ ਹਾਂ ਤੇ ਉੱਪਰੋਂ ਪੜ੍ਹ ਕੇ ਉੱਪਰ ਦੀ ਨਿਗਾਹ ਨਾਲ ਅਸੀਂ ਉਹਦੇ ਅਰਥ ਕਈ ਵਾਰ ਸੋਚ ਲੈਂਦੇ ਹਾਂ ਵੀ ਗਲਤਾਨ ਸ਼ਬਦ ਆਇਆ, ਇਹ ਨੈਗੇਟਿਵ ਅਰਥਾਂ ਵਿੱਚ ਹੋਏਗਾ। ਜਿਵੇਂ ਕਰਤੂਤ ਸ਼ਬਦ ਆ ਜਾਏ ਤੇ ਕਰਤੂਤ ਸ਼ਬਦ ਨੂੰ ਅਸੀਂ ਆਮ ਬੋਲ ਚਾਲ ਦੀ ਬੋਲੀ 'ਚ ਕਹਿੰਦੇ ਹਾਂ, ਵੇਖੀਆਂ ਨੇ ਤੇਰੀਆਂ ਕਰਤੂਤਾਂ ਕਿਹੋ ਜਿਹੀਆਂ ਨੇ। ਪਰ ਗੁਰਬਾਣੀ ਵਿੱਚ ਹੁਣ ਕਰਤੂਤ ਸ਼ਬਦ ਜਿਹੜਾ ਆਪ ਭਲਾ ਕਰਤੂਤ ਅਤਨੀ ਕੀ, ਹੁਣ ਕਰਤੂਤ ਬਹੁਤ ਚੰਗੀ ਹੈ, ਉਹ ਆਪ ਭਲਾ ਹੈ ਤੇ ਉਹਦੀ ਕਰਤੂਤ ਵੀ ਬਹੁਤ ਚੰਗੀ ਹੈ। ਹੁਣ ਇਹ ਚੰਗੇ ਅਰਥਾਂ ਵਿੱਚ ਵਰਤਿਆ ਗਿਆ। ਇਸੇ ਤਰ੍ਹਾਂ ਜਿਹੜਾ ਗਲਤਾਨ ਸ਼ਬਦ ਹੈ ਨਾ, ਇਹ ਸ਼ਬਦ ਚੰਗੇ ਅਰਥਾਂ 'ਚ ਵਰਤਿਆ ਵੀ ਮਸਤ ਰਹਿੰਦੇ ਨੇ, ਲੀਨ ਰਹਿੰਦੇ ਨੇ ਉਸ ਪ੍ਰਭੂ ਦੇ ਸਿਮਰਨ ਵਿੱਚ। ਕਹਿਣ ਲੱਗੇ ਉਹ ਮਾਲਕ ਕਿਰਪਾ ਕਰਦਾ ਹੈ ਤੇ ਭਗਤ ਜਨ ਜਿਹੜੇ ਨੇ ਉਹਦਾ ਨਾਮ ਅੰਮ੍ਰਿਤ ਛਕਦੇ ਨੇ, ਨਾਮ ਅੰਮ੍ਰਿਤ ਪੀ ਕੇ ਜੀਵਤ ਰਹਿੰਦੇ ਨੇ। ਤੇ ਮੇਰੇ ਮਾਲਕ ਕਹਿੰਦੇ ਨੇ
ਅੰਮ੍ਰਿਤ ਹਰ ਪੀਵਤੇ, ਸਦਾ ਥਿਰ ਥੀਵਤੇ, ਬਿਖੈ ਬਨ ਫੀਕਾ ਜਾਣਿਆ। ਕਹਿਣਗੇ ਅਜਿਹੇ ਭਗਤ, ਅਜਿਹੇ ਪ੍ਰਭੂ ਦੇ ਪਿਆਰੇ ਜਿਹੜੇ ਅੰਮ੍ਰਿਤ ਪੀਂਦੇ ਨੇ ਉਹ ਸਦਾ ਥਿਰ ਰਹਿੰਦੇ ਨੇ, ਭਾਵ ਉਹ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ। ਉਹ ਵਿਕਾਰਾਂ ਦੇ ਪਰਬਤ ਨਾਲ ਨਹੀਂ ਡੋਲਦੇ, ਉਹ ਵਿਕਾਰਾਂ ਦੇ ਝੱਖੜ ਵਿੱਚ ਨਹੀਂ ਡੋਲਦੇ, ਉਹ ਹਮੇਸ਼ਾ ਸਥਿਰ ਰਹਿੰਦੇ ਨੇ, ਕਾਇਮ ਰਹਿੰਦੇ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕਹਿਣ ਲੱਗੇ ਕਿਉਂ? ਕਿਉਂਕਿ ਉਹਨਾਂ ਨੇ ਬਿਖੈ ਬਨ ਫੀਕਾ ਜਾਣਿਆ। ਜਿਹੜਾ ਜ਼ਹਿਰ ਹੈ, ਜ਼ਹਿਰ ਨੂੰ ਫਿੱਕਾ ਜਾਣਿਆ ਹੈ। ਉਹ ਜ਼ਹਿਰ ਦਾ ਪਾਣੀ ਨਹੀਂ ਪੀਂਦੇ, ਉਹ ਇਸ ਜ਼ਹਿਰ ਨੂੰ, ਇਹ ਮਾਇਆਵੀ ਰਸਾਂ ਕਸਾਂ ਨੂੰ ਤਿਆਗ ਦਿੰਦੇ ਨੇ। ਉਹਨਾਂ ਨੂੰ ਪਤਾ ਹੈ ਕਿ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ। ਗੁਰੂ ਸਵਾਰਿਓ, ਉਹਨਾਂ ਨੂੰ ਪਤਾ ਹੈ ਕਿ ਪ੍ਰਭੂ ਦਾ ਨਾਮ ਅੰਮ੍ਰਿਤ ਇਹ ਜਿਹਾ ਜਿਹੜਾ ਸਾਨੂੰ ਹਮੇਸ਼ਾ ਵਾਸਤੇ ਅਮਰ ਕਰ ਦਿੰਦਾ ਹੈ। ਤੇ ਗੁਰੂ ਸਵਾਰਿਓ, ਨਾਮ ਅੰਮ੍ਰਿਤ ਪੀਣ ਤੋਂ ਪਹਿਲਾਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਛਕਣਾ ਚਾਹੀਦਾ ਹੈ। ਮੈਂ ਬੇਨਤੀ ਕਰਾਂਗਾ ਕਿ ਅੱਜ ਅਸੀਂ ਖੰਡੇ ਬਾਟੇ ਦੇ ਅੰਮ੍ਰਿਤ ਛਕਣ ਤੋਂ ਕੁਤਾਹੀ ਕਰਦੇ ਹਾਂ। ਬਾਰ-ਬਾਰ ਸਾਨੂੰ ਕਹਿਣਾ ਪੈਂਦਾ ਹੈ, ਔਰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਬਾਰ-ਬਾਰ ਸਿੱਖਾਂ ਨੂੰ ਨਾ ਕਹਿਣਾ ਪਵੇ। ਠੀਕ ਹੈ, ਕਿਸੇ ਹੋਰ ਨੂੰ ਕਹਿਣਾ ਪਵੇ ਵੀ ਤੁਸੀਂ ਸਾਡੇ ਧਰਮ ਦੇ ਵਿੱਚ ਇਹ ਖਾਸੀਅਤ ਹੈ, ਮਾਲਕ ਨੇ ਇਹ ਕਿਰਪਾ ਕੀਤੀ ਹੈ, ਵੇਖੋ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਹੈ। ਉਹ ਅੰਮ੍ਰਿਤ ਗੁਰੂ ਕੋਲੋਂ ਪ੍ਰਾਪਤ ਹੁੰਦਾ। ਸਾਨੂੰ ਤਾਂ ਇਸ ਗੱਲ ਦਾ ਪਤਾ ਹੈ, ਅਸੀਂ ਤਾਂ ਨਿਤਾਂ ਪ੍ਰਤੀ ਪਾਠ ਕਰਨ ਵਾਲੇ ਨੇ, ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਲੇ, ਗੁਰੂ ਨੂੰ ਸਿਜਦਾ ਕਰਨ ਵਾਲੇ। ਸਾਨੂੰ ਬਾਰ-ਬਾਰ ਇਹ ਬੇਨਤੀ ਕਿਉਂ ਕਰਨੀ ਪਵੇ? ਗੁਰੂ ਸਵਾਰਿਓ, ਸਾਨੂੰ ਤਾਂ ਸਗੋਂ ਆ ਕੇ ਕਹਿਣਾ ਚਾਹੀਦਾ, ਗਿਆਨੀ ਜੀ ਅੰਮ੍ਰਿਤ ਪਾਨ ਕਦੋਂ ਹੁੰਦਾ ਹੈ? ਸਾਨੂੰ ਦੱਸੋ, ਸਾਨੂੰ ਅੰਮ੍ਰਿਤ ਦੀ ਦਾਤ ਕਦੋਂ ਮਿਲੇਗੀ? ਗੁਰੂ ਸਵਾਰਿਓ, ਵੱਡੇ ਭਾਗ ਹੁੰਦੇ ਨੇ ਉਹਨਾਂ ਦੇ ਜਿਹੜੇ ਮਾਲਕ ਦੇ ਦਰ ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਨੇ। ਮਨੁੱਖਾ ਜੀਵਨ ਉਹਨਾਂ ਦਾ ਸਵਰ ਜਾਂਦਾ ਹੈ। ਉਹ ਜਿਹੜਾ ਦੁਨੀਆਵੀ ਰਸ ਕਸ ਨੇ ਉਹਨਾਂ ਨੂੰ ਫਿੱਕੇ ਜਾਣ ਕੇ ਆਪਣੀ ਜ਼ਿੰਦਗੀ ਵਿੱਚੋਂ ਤਿਆਗ ਦਿੰਦੇ ਨੇ। ਤੇ ਮੇਰੇ ਮਾਲਕ ਕਹਿੰਦੇ ਫਿਰ ਬਖਸ਼ਿਸ਼ ਹੁੰਦੀ ਹੈ, ਫਿਰ ਕਿਰਪਾਲੂ ਪ੍ਰਭੂ ਉਹਨਾਂ ਉੱਤੇ ਤਰੁੱਠਦਾ ਹੈ ਤੇ ਉਹਨਾਂ ਨੂੰ ਸਤ ਸੰਗ ਦੀ ਦਾਤ ਬਖਸ਼ਿਸ਼ ਕਰਦਾ ਹੈ। ਗੁਰਦੇਵ ਕਹਿੰਦੇ ਨੇ, ਭਏ ਕਿਰਪਾਲ ਗੋਪਾਲ ਪ੍ਰਭ ਮੇਰੇ, ਸਾਧ ਸੰਗਤ ਨਿਦ ਮਾਨਿਆ। ਪਾਤਸ਼ਾਹ ਕਹਿੰਦੇ ਨੇ, ਉਹ ਕਿਰਪਾਲੂ ਪ੍ਰਭੂ, ਉਹ ਧਰਤੀ ਦਾ ਪ੍ਰਤਪਾਲਕ, ਗੋਪਾਲ, ਗੂ ਮਾਨੇ ਧਰਤੀ, ਪਾਲ ਮਾਨੇ ਪਾਲਣਾ ਕਰਨ ਵਾਲਾ, ਪ੍ਰਭ ਮੇਰੇ, ਮੇਰਾ ਪ੍ਰਭੂ। ਕਹਿਣਗੇ ਜਿਸ ਉੱਤੇ ਕਿਰਪਾਲੂ ਹੁੰਦਾ, ਬਹੁਤ ਪ੍ਰਸੰਨ ਹੁੰਦਾ, ਉਹਨੂੰ ਸਾਧ ਸੰਗਤ ਦੀ ਦਾਤ ਬਖਸ਼ਿਸ਼ ਕਰਦਾ ਹੈ। ਤੇ ਜਿਹਨੂੰ ਸਾਧ ਸੰਗਤ ਮਿਲ ਜਾਏ, ਸਤਿਗੁਰੂ ਕਹਿੰਦੇ ਉਹਦਾ ਮਨ ਨੌ ਨਦੀਆਂ ਦਾ ਖਜ਼ਾਨਾ ਨਾਮ ਅੰਮ੍ਰਿਤ ਵਿੱਚ ਪਤੀਜ ਜਾਂਦਾ ਹੈ। ਸਤ ਸੰਗਤ ਵਿੱਚ ਕੀ ਹੈ? ਨਾਮ ਹੀ ਤੇ ਹੈ। ਪਾਤਸ਼ਾਹ ਕਹਿੰਦੇ ਨੇ, ਭਾਈ ਸਤ ਸੰਗਤ ਕੈਸੀ ਜਾਣੀ ਹੈ? ਜਿੱਥੈ ਏਕੋ ਨਾਮ ਬਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਸਵਾਰਿਓ, ਇੱਥੇ ਸਤ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਕਰੋ, ਸਤ ਸੰਗਤ ਵਿੱਚ ਬਹਿ ਕੇ ਬੰਦਗੀ ਕਰੋ, ਸਤ ਸੰਗਤ ਵਿੱਚ ਬਹਿ ਕੇ ਨਾਮ ਦੇ ਨਾਲ ਆਪਣੇ ਮਨ ਨੂੰ ਪਤੀਜਾਇਆ ਕਰੋ। ਜਿਸ ਦਿਨ ਨਾਮ ਹਾਸਲ ਹੋ ਗਿਆ ਉਸ ਦਿਨ ਸਭ ਕੁਝ ਪ੍ਰਾਪਤ ਹੋ ਜਾਏਗਾ। ਕਿਉਂ? ਕਿਉਂਕਿ ਗੁਰਦੇਵ ਕਹਿਣਗੇ ਨਾਮ ਸਭ ਤੋਂ ਸ੍ਰੇਸ਼ਟ ਹੈ। ਅਗਲਾ ਬਚਨ ਗੁਰਦੇਵ ਨੇ ਕਿਹਾ, ਸਰਬਸੋ ਸੁਖ ਆਨੰਦ ਘਨ ਪਿਆਰੇ, ਹਰ ਰਤਨ ਮਨ ਅੰਤਰ ਸੀਵਤੇ। ਜਿਸ ਦਿਨ ਇਹ ਮਨ ਪਰਮੇਸ਼ਰ ਵਾਹਿਗੁਰੂ ਜੀ ਦੇ ਕੀਮਤੀ ਰਤਨ ਨੂੰ ਆਪਣੇ ਅੰਦਰ ਇਹਨੇ ਪਰੋ ਲਿਆ, ਇਹ ਉਸ ਅਵਸਥਾ ਦਾ ਵਾਸੀ ਬਣ ਗਿਆ ਜਿੱਥੇ ਤਿੱਥੈ ਸੀਤੋ ਸੀਤਾ ਮਹਿਮਾ ਮਾਏ। ਇਹ ਮਨ ਨੂੰ ਪਰੋ ਲਿਆ ਇਸ ਨੇ ਨਾਮ ਅੰਮ੍ਰਿਤ ਵਿੱਚ। ਸਤਿਗੁਰੂ ਕਹਿਣਗੇ ਉਸ ਦਿਨ ਸਭ ਤੋਂ ਸ੍ਰੇਸ਼ਟ ਆਨੰਦ ਦਾ ਸੋਮਾ ਨਾਮ ਦੀ ਦਾਤ ਇਹਨੂੰ ਪ੍ਰਾਪਤ ਹੋ ਜਾਏਗੀ, ਇਹਨੂੰ ਸੁੱਖ ਮਿਲੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਫੇਰ ਇਹਦੀ ਅਵਸਥਾ ਇਹ ਬਣ ਜਾਂਦੀ ਹੈ ਕਿ ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ, ਕਰਤਾਰ ਦੀ ਯਾਦ ਤੋਂ ਬਿਨਾਂ
ਇਹ ਇੱਕ ਪਲ ਨਹੀਂ ਰਹਿੰਦਾ। ਇਹ ਉਸ ਕਰਤਾਰ ਨੂੰ, ਉਸ ਕਰਤਾਰ ਦੇ ਨਾਮ ਨੂੰ ਆਪਣੇ ਪ੍ਰਾਣਾਂ ਦਾ ਆਧਾਰ ਬਣਾ ਲੈਂਦਾ ਹੈ। ਗੁਰਦੇਵ ਪਾਤਸ਼ਾਹ ਆਖਦੇ ਨੇ, ਇੱਕ ਤਿਲ ਨਹੀਂ ਵਿਸਰੈ ਪ੍ਰਾਣ ਆਧਾਰਾ, ਜਪ ਜਪ ਨਾਨਕ ਜੀਵ ਤੇ। ਮੇਰੇ ਮਾਲਕ ਕਹਿੰਦੇ, ਹੇ ਨਾਨਕ, ਉਹ ਪਰਮੇਸ਼ਰ ਵਾਹਿਗੁਰੂ ਨੂੰ ਬਾਰ-ਬਾਰ ਜਪਦੇ ਨੇ ਔਰ ਸਦੀਵ ਕਾਲ ਵਾਸਤੇ ਅਮਰ ਹੋ ਜਾਂਦੇ ਨੇ, ਜਿਉਂਦੇ ਨੇ। ਤੇ ਮੇਰੇ ਮਾਲਕ ਕਹਿੰਦੇ ਕਿਉਂ? ਕਿਉਂਕਿ ਉਹਨਾਂ ਨੂੰ ਇੱਕ ਤਿਲ ਵੀ ਪਿਆਰਾ ਪ੍ਰਭੂ ਨਹੀਂ ਵਿਸਰਦਾ। ਉਹ ਤਾਂ ਰੋਜ਼ਾਨਾ ਅਰਦਾਸ ਕਰਦੇ ਨੇ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਉਹਨਾਂ ਨੂੰ ਪਤਾ ਹੈ, ਜੇ ਇੱਕ ਤਿਲ ਮਾਤਰ ਵਾਸਤੇ ਵੀ ਪਿਆਰਾ ਵਿਸਰ ਗਿਆ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ। ਪਾਤਸ਼ਾਹ ਕਹਿੰਦੇ, ਜੇ ਇੱਕ ਤਿਲ ਮਾਤਰ ਵਾਸਤੇ ਵੀ ਪਰਮੇਸ਼ਰ ਵਾਹਿਗੁਰੂ ਵਿਸਰ ਗਿਆ ਨਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਤਾਂ ਮਨ ਵਿੱਚ ਵੱਡਾ ਰੋਗ ਪੈਦਾ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਦੇਵ ਕਹਿਣਗੇ, ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ। ਹੁਣ ਉੱਥੇ ਵਿਸਰੈ ਹੈ ਤੇ ਗੁਰੂ ਅਮਰਦਾਸ ਨੇ ਵਿਸਰੈ ਸਿਹਾਰੀ ਨਾਲ ਕਿਹਾ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ। ਕਹਿਣ ਲੱਗੇ, ਜਦੋਂ ਮੈਨੂੰ ਇੱਕ ਤਿਲ, ਇੱਕ ਪਰਮੇਸ਼ਰ ਵਾਹਿਗੁਰੂ ਵਿਸਰਦਾ ਹੈ ਨਾ, ਤੇ ਵੱਡਾ ਰੋਗ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰੂ ਅਮਰਦਾਸ ਕਹਿੰਦੇ, ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ। ਮੈਂ ਪੁੱਛਣਾ ਚਾਹੁੰਦਾ, ਜੇ ਤੁਹਾਨੂੰ ਇੱਕ ਤਿਲ ਮਾਤਰ ਵਾਸਤੇ ਵੀ ਪਰਮੇਸ਼ਰ ਦੀ ਯਾਦ ਭੁੱਲ ਗਈ, ਤਾਂ ਕਾਹਦੀ ਭਗਤੀ ਹੈ ਤੇ ਕਾਹਦੀ ਤੁਸੀਂ ਭਗਤੀ ਕਰ ਰਹੇ ਹੋ? ਗੁਰੂ ਪਿਆਰਿਓ, ਇੱਕ ਸਵਾਸ, ਇੱਕ ਪਲ ਵਿਸਰਨਾ ਨਹੀਂ ਚਾਹੀਦਾ। ਵੈਸੇ ਤਾਂ ਗੁਰਬਾਣੀ ਨੇ ਸਾਨੂੰ ਜਿਹੜਾ ਹੈ ਇਹ ਗੱਲ ਬੜੇ ਪਿਆਰ ਨਾਲ ਸਮਝਾਈ। ਮੇਰੇ ਮਾਲਕ ਨੇ ਕਿਹਾ, ਉਹ ਪਿਆਰਿਆ ਵੇਖ ਕੀ ਵਿਸਰੈ, ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਨਹੀਂ। ਮੇਰੇ ਮਾਲਕ ਜੀ, ਤੁਸੀਂ ਕਿਉਂ ਵਿਸਰਦੇ ਹੋ? ਜਿਸ ਪਲ ਤੁਸੀਂ ਵਿਸਰਦੇ ਹੋ, ਜਿਸ ਪਲ ਤੁਹਾਡੀ ਯਾਦ ਮੈਨੂੰ ਵਿਸਰ ਜਾਂਦੀ ਹੈ, ਉਸ ਪਲ ਮੈਨੂੰ ਵੱਡਾ ਦੁੱਖ ਲੱਗਦਾ ਹੈ, ਡਾਢਾ ਦੁੱਖ ਲੱਗਦਾ ਹੈ। ਡਾਢੀਆਂ ਚੀਸਾਂ ਨੂੰ ਜਿਹੜਾ ਹੈ ਉਹ ਜਨਮ ਦੇ ਜਾਂਦਾ ਹੈ। ਮੇਰੇ ਮਾਲਕਾ, ਮੈਨੂੰ ਪਤਾ ਹੈ, ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਹੀਂ, ਕਿਆ ਸੁਲਤਾਨ ਸਲਾਮ ਵਿਹੂਣਾ, ਅੰਧੀ ਕੋਠੀ ਤੇਰਾ ਨਾਮ ਨਹੀਂ। ਕੀ ਵਿਸਰੈ ਦੁੱਖ ਬਹੁਤਾ ਲੱਗੈ, ਦੁੱਖ ਲੱਗੈ ਤੂੰ ਵਿਸਰ ਨਹੀਂ। ਦਾਤਾ ਕਿ ਜਿਹੜਾ ਹੈ, ਜਿਸ ਪੰਛੀ ਕੋਲ ਫੰਗ ਹੀ ਨਹੀਂ, ਉਹ ਕਾਹਦਾ ਪੰਛੀ ਹੈ? ਜਿਹੜੀ ਗਾਂ ਦੁੱਧ ਨਾ ਦੇਵੇ, ਉਹਨੂੰ ਕੌਣ ਪੱਠੇ ਪਾਉਂਦਾ ਹੈ? ਜਿਸ ਬਾਦਸ਼ਾਹ ਨੂੰ ਕੋਈ ਸਲਾਮ ਨਾ ਕਰੇ, ਉਹ ਕਾਹਦਾ ਬਾਦਸ਼ਾਹ? ਜਿਨ੍ਹਾਂ ਮਹਾਲਾਂ ਵਿੱਚ ਚਾਨਣ ਨਹੀਂ, ਰੋਸ਼ਨੀ ਨਹੀਂ, ਪ੍ਰਕਾਸ਼ ਨਹੀਂ, ਉਹ ਹਨੇਰ ਕੋਠੜੀਆਂ ਕਿਸ ਕੰਮ ਦੀਆਂ? ਤੇ ਮੈਨੂੰ ਕਹਿ ਲੈਣ ਦੇਣਾ, ਜਿਹੜਾ ਇਨਸਾਨ ਨਾਮ ਤੋਂ ਵਿਹੂਣਾ ਹੈ, ਉਹਦਾ ਜੀਵਨ ਕਿਸ ਕੰਮ ਦਾ? ਨਾਮ ਵਿਹੂਣ ਜੀਵਨ ਕੌਣ ਕਾਮ? ਉਹ ਭਲਿਆ, ਨਾਮ ਤੋਂ ਵਿਹੂਣਾ ਤੇਰਾ ਜੀਵਨ ਕਿਸ ਕੰਮ ਦਾ? ਇਹ ਬੇਅਰਥ ਹੈ। ਨਾਮ ਤੋਂ ਵਿਹੂਣਾ ਜੀਵਨ ਕਿਸੇ ਕੰਮ ਦਾ ਨਹੀਂ। ਇਸ ਕਰਕੇ ਤੈਨੂੰ ਉਹ ਪਰਮੇਸ਼ਰ ਵਾਹਿਗੁਰੂ ਇੱਕ ਤਿਲ ਮਾਤਰ ਵਾਸਤੇ ਵੀ ਵਿਸਰਨਾ ਨਹੀਂ ਚਾਹੀਦਾ। ਉਹਦੀ ਯਾਦ ਤੇਰੇ ਅੰਦਰ ਨਿਰੰਤਰ ਰਵੇ। ਤੇਰੇ ਕੋਲ ਤਾਂ ਇਤਿਹਾਸ ਬੜਾ ਮਾਣ ਮਾਤਾ ਹੈ। ਮੈਂ ਕੇਵਲ ਇਸ਼ਾਰੇ ਮਾਤਰ ਗੱਲ ਕਰਕੇ ਅੱਗੇ ਚੱਲ ਰਿਹਾ। ਜਿਹੜੇ ਆਰੇ ਦੇ ਦੰਦਿਆਂ ਹੇਠ ਬਹਿ ਗਏ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਦੁਫਾੜ ਕਰਾ ਲਿਆ, ਉਹਨਾਂ ਨੇ ਇੱਕ ਪਲ ਵਾਸਤੇ ਵੀ ਉਸ ਪਰਮੇਸ਼ਵਰ ਨੂੰ ਨਾ ਵਿਸਾਰਿਆ। ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ, ਉਬਲਦੀਆਂ ਦੇਗਾਂ ਵਿੱਚ ਉਬਲਣਾ ਪ੍ਰਵਾਨ ਕਰ ਲਿਆ, ਪਰ ਇੱਕ ਪਲ ਵਾਸਤੇ ਵੀ ਉਹਨਾਂ ਨੇ ਪਿਆਰੇ ਨੂੰ ਨਹੀਂ ਵਿਸਾਰਿਆ। ਰੂਹ ਵਿੱਚ ਲਪੇਟ ਕੇ ਸ਼ਹੀਦ ਹੋ ਗਏ, ਸ਼ਹੀਦ ਕਰ ਦਿੱਤਾ ਗਿਆ, ਪਰ ਉਹਨਾਂ ਨੇ ਆਪਣੇ ਪਿਆਰੇ ਨੂੰ ਇੱਕ ਪਲ ਵਾਸਤੇ ਵੀ ਨਹੀਂ ਵਿਸਾਰਿਆ। ਬੰਦ ਕੱਟੇ ਗਏ, ਆਪਣੇ ਪਿਆਰੇ ਨੂੰ ਨਹੀਂ ਵਿਸਾਰਿਆ। ਬੱਚਿਆਂ ਦੇ ਟੋਟੇ ਟੋਟੇ ਗਲਾਂ ਵਿੱਚ ਪਾ ਦਿੱਤੇ ਗਏ ਉਹਨਾਂ ਮਾਵਾਂ ਦੇ, ਧੰਨ ਉਹਨਾਂ ਦੀ ਮਾਵਾਂ ਦੀ ਸਿੱਖੀ। ਪਰ ਉਹ ਮਾਵਾਂ ਜਿਨ੍ਹਾਂ ਦੇ ਮੀਰ ਮੰਨੂ ਨੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਪਾ ਦਿੱਤੇ, ਪਿਆਰਿਓ, ਉਹ ਸ਼ਾਮ ਹੁੰਦੀ ਸੀ ਤਾਂ ਪੜ੍ਹਦੇ ਸੀ ਸੋਦਰ ਦਾ ਪਾਠ, ਅੰਮ੍ਰਿਤ ਵੇਲਾ ਹੁੰਦਾ ਸੀ ਪੜ੍ਹਦੇ ਸੀ ਜਪਜੀ ਦਾ ਪਾਠ। ਉਹ ਮਾਲਕ ਨੂੰ ਨਹੀਂ ਸੀ ਵਿਸਾਰਦੇ। ਕਿਉਂ? ਉਹਨਾਂ ਨੂੰ ਪਤਾ ਸੀ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ,
ਨਾਨਕ ਤੇ ਮੁਕੁਜਲੇ ਕੀਤੀ ਛੁੱਟੀ। ਨਾਲ ਦੂਜੇ ਦੱਖਣੇ ਵਿੱਚ ਪਾਤਸ਼ਾਹ ਕਿਰਪਾ ਕਰ ਰਹੇ ਨੇ। ਜੋ ਤੋ ਕੀਨੇ ਆਪਣੇ ਤਿੰਨਾਂ ਕੂ ਮਿਲਿਓ, ਆਪੇ ਹੀ ਆਪ ਮੋਇਓ, ਜਸ ਨਾਨਕ ਆਪ ਸੁਣਿਓ। ਮੇਰੇ ਮਾਲਕਾ, ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲਿਆ, ਜਿਨ੍ਹਾਂ ਨੂੰ ਤੂੰ ਆਪਣੇ ਬਣਾ ਲਿਆ ਨਾ, ਤੂੰ ਉਹਨਾਂ ਦਾ ਬਣ ਗਿਆ ਮੇਰੇ ਮਾਲਕਾ। ਤੂੰ ਉਹਨਾਂ ਨੂੰ ਮਿਲ ਗਿਆ, ਉਹਨਾਂ ਨੂੰ ਪ੍ਰਾਪਤ ਹੋ ਗਿਆ। ਤੇ ਮੇਰੇ ਮਾਲਕਾ, ਤੂੰ ਉਹਨਾਂ ਉੱਤੇ ਕਿਰਪਾ ਕੀਤੀ, ਉਹਨਾਂ ਉੱਤੇ ਰਹਿਮਤ ਕੀਤੀ, ਉਹਨਾਂ ਨੂੰ ਆਪਣਾ ਜਸ ਬਖਸ਼ਿਸ਼ ਕੀਤਾ। ਉਹ ਤੇਰਾ ਜਸ ਜਦੋਂ ਗਾਉਂਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ, ਹੇ ਨਾਨਕ, ਜਦੋਂ ਤੂੰ ਉਹਨਾਂ ਪਾਸੋਂ ਆਪਣਾ ਜਸ ਸੁਣਦਾ ਹੈ ਤੇ ਉਹ ਤੇਰਾ ਜਸ ਬਖਿਆਨ ਕਰਦੇ, ਤੇਰੀ ਮਹਿਮਾ ਬਖਿਆਨ ਕਰਦੇ, ਤੂੰ ਉਹਨਾਂ ਭਗਤਾਂ ਵਾਲੇ ਪਾਸੇ ਮੋਹਿਆ ਜਾਂਦਾ ਹੈ। ਤੇਰੀ ਖਿੱਚ ਉਹਨਾਂ ਭਗਤਾਂ ਵਾਲੇ ਪਾਸੇ ਹੋ ਜਾਂਦੀ ਹੈ। ਮੇਰੇ ਮਾਲਕ ਫਿਰ ਬਖਸ਼ਿਸ਼ ਕਰਦੇ ਨੇ ਛੰਤ ਵਿੱਚ। ਪ੍ਰੇਮ ਠਗੋਰੀ ਪਾਏ ਰਜਾਏ, ਗੋਬਿੰਦ ਮਨ ਮੋਇਆ ਜੀਓ। ਹੁਣ ਭਗਤਾਂ ਕੋਲ ਪਰਮੇਸ਼ਰ ਨੂੰ ਵਸ ਕਰਨ ਦੀ ਕਿਹੜੀ ਠੱਗ ਬੂਟੀ ਹੈ ਜੀ? ਭਗਤਾਂ ਕੋਲ ਪਰਮੇਸ਼ਰ ਨੂੰ ਵਸ ਕਰਨ ਦੀ ਇੱਕੋ ਹੀ ਬੂਟੀ ਹੈ, ਉਹ ਹੈ ਪ੍ਰੇਮ ਦੀ। ਪ੍ਰੇਮ ਠਗੋਰੀ ਪਾਏ ਰਿਝਾਏ, ਉਹ ਰੀਝਦਾ ਹੈ। ਉਹ ਉਸ ਤੁਹਾਡੇ ਉੱਤੇ ਵੀ ਰੀਝੇਗਾ, ਉਹ ਮੇਰੇ ਉੱਤੇ ਵੀ ਰੀਝੇਗਾ, ਉਹ ਭਗਤਾਂ ਉੱਤੇ ਵੀ ਰੀਝਦਾ ਹੈ। ਜੇ ਤੁਸੀਂ ਪਿਆਰ ਕਰੋਗੇ ਤੇ ਮੈਂ ਪਰਮੇਸ਼ਰ ਨੂੰ ਪਿਆਰ ਕਰਾਂਗਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਭਲਿਓ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਿਆਰ ਕੀਤਾ, ਪ੍ਰੇਮ ਕੀਤਾ ਹੈ ਨਾ, ਉਹਨਾਂ ਨੇ ਮਾਲਕ ਨੂੰ ਪਾ ਲਿਆ। ਕਿਉਂ? ਪਰਮੇਸ਼ਰ ਦੀ ਤਾਂ ਬੋਲੀ ਹੀ ਸਾਚਾ ਸਾਹਿਬ, ਸਾਚ ਨਾਹੀਂ ਭਾਖਿਆ ਭਾਉ ਅਪਾਰ ਹੈ। ਉਹ ਤਾਂ ਬੋਲੀ ਪ੍ਰੇਮ ਦੀ ਹੈ। ਉਹ ਮਾਲਕ ਤਾਂ ਕੌੜਾ ਬੋਲਣ ਜਾਣੇ ਪੂਰਨ ਭਗਵਾਨ ਹੈ। ਉਹ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਰੀਝਦਾ ਹੈ ਮਿੱਠ ਬੋਲੜੇ ਉੱਤੇ। ਗੁਰੂ ਸਵਾਰਿਓ, ਉਹ ਰੀਝਦਾ ਹੈ ਪ੍ਰੇਮਾ ਭਗਤੀ ਉੱਤੇ। ਉਹ ਇੱਕੋ ਗੱਲ ਦਾ ਭੁੱਖਾ ਹੈ। ਯਾਦ ਰੱਖਣਾ, ਉਹਨੂੰ ਕੋਈ ਭੁੱਖ ਨਹੀਂ। ਦੁਨੀਆਵੀ ਬੰਦੇ ਨੂੰ ਭੁੱਖ ਹੋ ਸਕਦੀ ਹੈ, ਪਰ ਉਹਨੂੰ ਕੋਈ ਭੁੱਖ ਨਹੀਂ। ਇੱਕੋ ਹੀ ਭੁੱਖ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ। ਗੁਰੂ ਸਵਾਰਿਓ, ਉਹ ਪ੍ਰੇਮਾ ਭਗਤੀ ਦਾ ਭੁੱਖਾ ਹੈ। ਜਿਸ ਦਿਨ ਤੁਸੀਂ ਪ੍ਰੇਮ ਭਗਤੀ ਕਰੋਗੇ, ਉਹ ਮਾਲਕ ਤੁਹਾਡੇ ਉੱਤੇ ਰੀਝੇਗਾ। ਉਹ ਉਹਨਾਂ ਉੱਤੇ ਰੀਝ ਗਿਆ ਤੇ ਮੇਰੇ ਮਾਲਕ ਕਹਿੰਦੇ ਨੇ ਉਹਦਾ ਮਨ ਭਗਤਾਂ ਵਾਲੇ ਪਾਸੇ ਮੋਹਿਆ ਗਿਆ ਤੇ ਭਗਤ ਜਨ ਉਹਦੇ ਕੰਠ ਨਾਲ ਲੱਗ ਜਾਂਦੇ ਨੇ। ਗੁਰਦੇਵ ਕਹਿਣ ਲੱਗੇ, ਸੰਤਨ ਕੈ ਪ੍ਰਸਾਦ ਅਗਾਧ ਕੰਠੇ ਲਗ ਸੋਇਆ ਜੀਓ। ਗੁਰੂ ਦੀ ਕਿਰਪਾ, ਸੰਤਾਂ ਦੀ ਕਿਰਪਾ ਦੇ ਨਾਲ ਕਹਿਣ ਲੱਗੇ, ਉਹ ਅਗਾਧ ਬੋਧ ਪਰਮੇਸ਼ਰ ਵਾਹਿਗੁਰੂ, ਉਹ ਅਥਾਹ ਪਰਮੇਸ਼ਰ, ਉਸ ਦੇ ਕੰਠ ਨਾਲ ਭਗਤ ਜਨ ਲੱਗ ਜਾਂਦੇ ਨੇ। ਉਹ ਸ਼ੋਭਦਾ ਹੈ। ਤੇ ਮੇਰੇ ਮਾਲਕ ਕਹਿੰਦੇ ਨੇ, ਹਰ ਕੰਠ ਲਗ ਸੋਇਆ ਦੋਖ ਸਭ ਜੋਇਆ, ਭਗਤ ਲਖਿਆਣ ਕਰ ਵਸ ਭਏ। ਜਦੋਂ ਉਹ ਮਾਲਕ ਕੰਠ ਨਾਲ ਲੱਗ ਗਿਆ, ਭਗਤ ਉਸ ਦੇ ਕੰਠ ਨਾਲ ਲੱਗ ਗਏ, ਫਿਰ ਭਗਤਾਂ ਦੇ ਜੀਵਨ ਦੇ ਸਾਰੇ ਦੁੱਖ ਮਿਟ ਗਏ, ਸਾਰੇ ਕਲੇਸ਼ ਮਿਟ ਗਏ। ਗੁਰੂ ਸਵਾਰਿਓ, ਤੇ ਜਿਸ ਦਿਨ ਦੁੱਖ ਮਿਟ ਗਏ, ਕਲੇਸ਼ ਮਿਟ ਗਏ, ਭਗਤਾਂ ਦੇ ਲਕਸ਼ਣ, ਭਗਤਾਂ ਦੇ ਗੁਣ, ਉਹਨਾਂ ਕਰਕੇ ਮੇਰਾ ਮਾਲਕ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਵਸ ਵਿੱਚ ਆ ਗਿਆ। ਤੂੰ ਭਗਤਾਂ ਕਹਿ ਵਸ, ਭਗਤਾਂ ਤਾਣ ਤੇਰਾ। ਤੇ ਕਿਸ ਕਰਕੇ ਵਸ? ਕਿਉਂਕਿ ਭਗਤਾਂ ਕੋਲ ਗੁਣ ਸੀ। ਫਿਰ ਮੇਰੇ ਮਾਲਕ ਬਖਸ਼ਿਸ਼ ਕਰਦੇ ਨੇ, ਮਨ ਸਰਬਸ ਸੁਖ ਵੁੱਠੇ, ਗੋਬਿੰਦ ਤੁਠੇ, ਜਨਮ ਮਰਨਾ ਸਭ ਮਿਟ ਗਏ। ਗੋਬਿੰਦ ਫਿਰ ਤੁਠਿਆ, ਕਿਰਪਾ ਦੇ ਘਰ ਵਿੱਚ ਆਇਆ ਤੇ ਉਸ ਮਾਲਕ ਨੇ ਸਾਰੇ ਸੁੱਖਾਂ ਦੀ ਬਖਸ਼ਿਸ਼ ਕੀਤੀ। ਤੇ ਇੰਨੇ ਸੁੱਖ ਬਖਸ਼ਿਸ਼ ਕੀਤੇ, ਇੰਨਾ ਤੁਠਿਆ ਕਿ ਉਹਨੇ ਭਗਤਾਂ ਦਾ ਜਨਮ ਅਤੇ ਮਰਨ ਹੀ ਮਿਟਾ ਦਿੱਤਾ। ਗੁਰੂ ਸਵਾਰਿਓ, ਤੇ ਭਗਤ ਜਨ ਫਿਰ ਕੀ ਕਰਦੇ ਨੇ? ਸਖੀ ਮੰਗਲੋ ਗਾਇਆ, ਇੱਛ ਪੁਜਾਇਆ, ਬਹੁੜ ਨਮਾਇਆ ਹੋਇਆ। ਫਿਰ ਉਹ ਸਤ ਸੰਗਤ ਵਿੱਚ ਸੰਗੀ ਸਾਥੀਆਂ ਨਾਲ ਮਿਲ ਕੇ
ਉਹ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਇਨ ਕਰਦੇ ਨੇ, ਉਹਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ। ਫਿਰ ਮਾਇਆ ਦੇ ਹੱਥੋਂ ਉਹ ਧੱਕੇ ਨਹੀਂ ਖਾਉਂਦੇ, ਮਾਇਆ ਦੇ ਅੱਗੇ ਉਹ ਠੇਡੇ ਨਹੀਂ ਖਾਉਂਦੇ। ਸਗੋਂ ਹੁੰਦਾ ਕੀ ਹੈ, ਮੇਰਾ ਮਾਲਕ ਜੇ ਕਿਤੇ ਕੋਈ ਮਾਇਆ ਵਾਲੇ ਪਾਸੇ ਗ੍ਰਹਿੰਦ ਕੂਪ ਤੇ ਕੱਢ ਲੀਨੇ ਆਪਣੇ, ਉਹ ਉਹਨਾਂ ਨੂੰ ਕੱਢ ਲੈਂਦਾ ਹੈ ਮੇਰਾ ਮਾਲਕ। ਕਿਵੇਂ? ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ, ਸੰਸਾਰ ਸਾਗਰ ਨਹੀਂ ਪੋਇਆ। ਹੇ ਨਾਨਕ, ਪ੍ਰਭੂ ਪਿਆਰੇ ਨੇ ਉਹਨਾਂ ਨੂੰ ਆਪਣੇ ਹੱਥ ਨਾਲ ਫੜ ਕੇ ਕੱਢ ਲਿਆ ਤੇ ਸੰਸਾਰ ਸਾਗਰ ਜਿਹੜਾ ਉਹਨਾਂ ਨੂੰ ਪਾਉਂਦਾ ਨਹੀਂ, ਡੋਬਦਾ ਨਹੀਂ, ਸਗੋਂ ਤਰ ਜਾਂਦੇ ਨੇ। ਅਖੀਰਲੇ ਦੱਖਣੇ ਵਿੱਚ ਮੇਰੇ ਮਾਲਕ ਕਿਰਪਾ ਕਰ ਰਹੇ ਨੇ। ਦੱਖਣਾ ਸਾਈਂ ਨਾਮ ਅਮੋਲ, ਕੀਮ ਨ ਕੋਈ ਜਾਣ ਦੋ, ਜਿਨ੍ਹਾਂ ਭਾਗ ਮਥਾ ਸੇ ਨਾਨਕ ਹਰ ਰੰਗ ਮਾਣ ਦੋ। ਪਰਮੇਸ਼ਵਰ ਦਾ ਨਾਮ ਭਾਈ ਅਨਮੋਲਕ ਹੈ, ਉਹਦੀ ਜਿਹੜਾ ਹੈ ਕੋਈ ਕੀਮਤ ਨਹੀਂ, ਉਹਦੇ ਬਰਾਬਰ ਦੀ ਕੋਈ ਵਸਤੂ ਨਹੀਂ। ਤੁਸੀਂ ਕਹਿ ਸਕਦੇ ਕਿ ਇਹ ਵਸਤੂ ਉਹਦੇ ਜਿੰਨੀ ਮਹਿੰਗੀ ਹੈ, ਉਹਦੇ ਬਰਾਬਰ ਹੈ ਨਹੀਂ। ਉਹ ਤੇ ਸਭ ਤੋਂ ਕੀਮਤੀ ਹੈ, ਕੀਮਤ ਪਾਏ ਨਾ ਕਿਹਾ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਈ, ਸਭ ਸੁਰਤੀ ਮਿਲ ਸੁਰਤ ਕਮਾਈ। ਸਾਰਿਆਂ ਨੇ ਇਕੱਠਿਆਂ ਹੋ ਕੇ ਵੀ ਬਿਆਨ ਕੀਤੀ ਤਾਂ ਵੀ ਉਹਦੀ ਕੀਮਤ ਨਹੀਂ ਪਾ ਸਕੇ। ਮੇਰੇ ਮਾਲਕ ਕਹਿੰਦੇ ਉਹ ਅਨਮੋਲ ਹੈ, ਜਿਨ੍ਹਾਂ ਦੇ ਭਾਗ ਮੱਥੇ ਦੇ ਜਾਗ ਜਾਂਦੇ ਨੇ। ਹੇ ਨਾਨਕ, ਉਹ ਪਰਮੇਸ਼ਵਰ ਦੇ ਪਿਆਰ ਦਾ ਰੰਗ ਮਾਣਦੇ ਨੇ ਤੇ ਸਤਿਗੁਰੂ ਛੰਤ ਵਿੱਚ ਬਖਸ਼ਿਸ਼ ਕਰਦੇ ਨੇ। ਆਖਦੇ ਨੇ, ਕਹਿਤੇ ਪਵਿੱਤਰ ਸੁਣ ਤੇ ਸਭ ਧਨ, ਲਿਖਤੀ ਕੁਲ ਤਾਰਿਆ ਜੀਓ। ਜਿਹੜੇ ਉਸ ਮਾਲਕ ਸਾਈਂ ਦੇ ਨਾਮ ਨੂੰ ਜਪਦੇ ਨੇ, ਉਚਾਰਨ ਕਰਦੇ ਨੇ, ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ। ਮੇਰੇ ਮਾਲਕ ਕਹਿੰਦੇ ਕੇਵਲ ਕਹਿਣ ਵਾਲਿਆਂ ਦਾ ਹੀ ਨਹੀਂ, ਸੁਣਨ ਵਾਲਿਆਂ ਦਾ ਜੀਵਨ ਵੀ ਜਿਹੜਾ ਹੈ, ਉਹਨਾਂ ਦਾ ਵੀ ਜੀਵਨ ਪਵਿੱਤਰ ਹੋ ਜਾਂਦਾ ਹੈ, ਸਫਲਾ ਹੋ ਜਾਂਦਾ ਹੈ। ਹੁਣੇ ਹੀ ਅਸੀਂ ਸਰਵਣ ਕਰਾਂਗੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ। ਸਤਿਗੁਰੂ ਕਹਿਣ ਲੱਗੇ ਨਹੀਂ ਨਹੀਂ, ਕੇਵਲ ਬਖਿਆਨ ਕਰਨ ਵਾਲੇ ਸੁਣਨ ਵਾਲੇ ਹੀ ਨਹੀਂ। ਸਤਿਗੁਰੂ ਕਹਿਣ ਲੱਗੇ ਉਹ ਵੀ ਧੰਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਲਿਖਿਆ ਤੇ ਉਹਨਾਂ ਨੇ ਲਿਖਣ ਦੇ ਪਰਮੇਸ਼ਵਰ ਦਾ ਜਸ ਲਿਖਣ ਕਰਕੇ ਹੀ ਆਪਣੀਆਂ ਸਾਰੀਆਂ ਕੁੱਲਾਂ ਨੂੰ ਤਾਰ ਲਿਆ। ਉਹਨਾਂ ਦੀਆਂ ਕੁੱਲਾਂ ਤਰ ਗਈਆਂ। ਪਿਆਰਿਓ, ਮੇਰੇ ਮਾਲਕ ਬਖਸ਼ਿਸ਼ ਕਰਦੇ ਨੇ, ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਤਿਨੀ ਬ੍ਰਹਮ ਵਿਚਾਰਿਆ ਜੀਓ। ਜਿਨ੍ਹਾਂ ਨੂੰ ਗੁਰੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ, ਉਹ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਜੁੜ ਜਾਂਦੇ ਨੇ ਤੇ ਬ੍ਰਹਮ ਦੀ ਵਿਚਾਰ ਕਰਦੇ ਨੇ, ਪਰਮੇਸ਼ਵਰ ਦੀ ਵਿਚਾਰ ਕਰਦੇ ਨੇ, ਵਾਰ-ਵਾਰ ਬ੍ਰਹਮ ਨੂੰ ਚੇਤੇ ਕਰਦੇ ਨੇ। ਬ੍ਰਹਮ ਨੂੰ ਚੇਤੇ ਕਰਨ ਤੋਂ ਬਾਅਦ ਫਿਰ ਕਿਰਪਾ ਹੁੰਦੀ ਹੈ। ਮੇਰੇ ਮਾਲਕ ਕਹਿੰਦੇ ਨੇ, ਬ੍ਰਹਮ ਵਿਚਾਰਿਆ ਜਨਮ ਸਵਾਰਿਆ, ਪੂਰਨ ਕਿਰਪਾ ਪ੍ਰਭ ਕਰੀ। ਪਰਮੇਸ਼ਵਰ ਵਾਹਿਗੁਰੂ ਉਹਨਾਂ ਤੇ ਪੂਰਨ ਕਿਰਪਾ ਕਰਦਾ ਹੈ। ਉਹ ਬਾਰ-ਬਾਰ ਬ੍ਰਹਮ ਦੀ ਵਿਚਾਰ ਕਰਦੇ ਨੇ, ਕਰਤੇ ਪੁਰਖ ਨੂੰ ਚੇਤੇ ਕਰਦੇ ਤੇ ਉਹਨਾਂ ਦਾ ਮਨੁੱਖਾ ਜੀਵਨ ਸਵਰ ਜਾਂਦਾ ਹੈ। ਤੇ ਮੇਰੇ ਮਾਲਕ ਫਿਰ ਬਖਸ਼ਿਸ਼ ਕਰਦੇ ਨੇ, ਕਰ ਗੈ ਲੀਨੇ ਹਰ ਜਸੋ ਦੀਨੇ, ਜੋਨ ਨਾ ਧਾਵੈ ਨਹਿ ਮਰੀ। ਮੇਰੇ ਮਾਲਕ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਵਰ ਵਾਹਿਗੁਰੂ ਨੇ ਹੱਥ ਫੜ ਕੇ ਬਚਾ ਲਿਆ ਤੇ ਮੇਰੇ ਮਾਲਕ ਸਤਿਗੁਰੂ ਬਖਸ਼ਿਸ਼ ਕਰਦੇ, ਹਰੀ ਦਾ ਜਸ ਉਹਨਾਂ ਨੂੰ ਬਖਸ਼ਿਸ਼ ਕਰਕੇ ਦਿੱਤਾ। ਮਾਲਕ ਤਰੁੱਠਿਆ ਜਦੋਂ ਉਹਨਾਂ ਨੇ ਹਰੀ ਦੇ ਜਸ ਨੂੰ ਗਾਇਨ ਕੀਤਾ। ਉਹ ਫਿਰ ਜੋਨਾਂ ਵਿੱਚ ਨਹੀਂ ਆਉਂਦੇ, ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ। ਉਹ ਧਾਉਂਦੇ ਨਹੀਂ, ਦੌੜਦੇ ਨਹੀਂ ਫਿਰਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਮਰ ਹੋ ਜਾਂਦੇ ਨੇ। ਤੇ ਗੁਰਦੇਵ ਫਿਰ ਬਖਸ਼ਿਸ਼ ਕਰਦੇ ਨੇ, ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ, ਕਾਮ ਕ੍ਰੋਧ ਲੋਭ ਮਾਰਿਆ। ਜਿਨ੍ਹਾਂ ਉੱਤੇ ਸਤਿਗੁਰੂ ਦਿਆਲੂ ਹੁੰਦਾ ਹੈ, ਪਰਮੇਸ਼ਰ ਵਾਹਿਗੁਰੂ ਕਿਰਪਾਲੂ ਹੋ ਜਾਂਦਾ ਹੈ, ਮਾਲਕ ਮਿਲ ਜਾਂਦਾ ਹੈ। ਗੁਰਦੇਵ ਕਹਿਣਗੇ ਉਹਨਾਂ ਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਮਾਰ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਲੈਂਦੇ ਨੇ।
ਤੇ ਮੇਰੇ ਮਾਲਕ ਫਿਰ ਅਖੀਰਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਨੇ, ਕਥਨ ਨ ਜਾਏ ਅਖਤ ਸੁਆਮੀ, ਸਦਕੈ ਜਾਏ ਨਾਨਕ ਵਾਰਿਆ। ਪਾਤਸ਼ਾਹ ਕਹਿੰਦੇ, ਹੇ ਨਾਨਕ, ਉਹ ਅਕਥ ਪ੍ਰਭੂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਥਿਆ ਨਹੀਂ ਜਾ ਸਕਦਾ। ਉਸ ਤੋਂ ਮੈਂ ਸਦਕੇ ਜਾਨਾ ਹਾਂ, ਉਸ ਤੋਂ ਮੈਂ ਬਾਰ-ਬਾਰ ਬਲਿਹਾਰ ਜਾਨਾ ਹਾਂ, ਕੁਰਬਾਨ ਜਾਨਾ ਹਾਂ। ਨਿਮਾਣਾ ਜਾਂ ਯਤਨ ਕੀਤਾ ਜੋ ਸਿੰਘ ਸਾਹਿਬ ਨੇ ਹੁਕਮ ਕੀਤਾ ਸੀ, ਇਹ ਸਾਰੇ ਸ਼ਬਦ ਜਿਹੜਾ ਹੈ ਸਮਾਪਤੀ ਕਰਨੀ ਹੈ। ਗੁਰੂ ਕਿਰਪਾ ਸਦਕਾ, ਰਹਿਮਤ ਸਦਕਾ ਇਸ ਸ਼ਬਦ ਦੇ ਅਖਰੀ ਅਰਥ ਤੁਹਾਡੇ ਨਾਲ ਸਾਂਝੇ ਕੀਤੇ ਨੇ। ਭੁੱਲਾਂ ਹੋ ਜਾਣੀਆਂ ਸੁਭਾਵਿਕ ਜੀ ਗੱਲ ਹੈ, ਬੇਅੰਤ ਭੁੱਲਾਂ ਆਪ ਜੀ ਨੇ ਬਖਸ਼ ਕੇ ਮੇਰੀ ਝੋਲੀ ਵਿੱਚ ਪਾ ਦੇਣੀਆਂ। ਗੁਰੂ ਕੀ ਕੋਈ ਗੱਲ ਚੰਗੀ ਲੱਗੀ ਹੋਵੇ ਆਪਣੇ ਹਿਰਦੇ ਵਿੱਚ ਵਸਾਇਓ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਦਾ ਅਤੀ ਧੰਨਵਾਦ, ਜਿਹੜੇ ਅਥਾਹ ਪਿਆਰ ਬਖਸ਼ਿਸ਼ ਕਰਦੇ ਨੇ। ਆਪ ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਪਿਆਰ ਭਰੀ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।